ਕੰਸਨਟ੍ਰੇਟ। ਕੱਲ ਬੇਟੇ ਆਪਾਂ ਪਾਸਕਲਸ ਲॉ ਪੜਿਆ, ਜਿਹਦੇ ਵਿੱਚ ਆਪਾਂ ਹਾਈਡ੍ਰੋਲਿਕ ਲਿਫਟ ਤੇ ਹਾਈਡ੍ਰੋਲਿਕ ਬ੍ਰੇਕ ਦੀ ਵੀ ਸਟੱਡੀ ਕੀਤੀ। ਪਾਸਕਲ ਲॉ ਦਾ ਬੇਸਿਕ ਫੰਡਾ ਸਮਝਿਆ, ਪਾਸਕਲ ਲॉ ਹੁੰਦਾ ਕਿੱਦਾਂ, ਅਪਲਾਈ ਕਦੋਂ ਕਰਨਾ। ਅੱਜ ਪਾਸਕਲ ਨੇ ਇੱਕ ਬੜੀ ਇੰਪੋਰਟੈਂਟ ਗੱਲ ਦੱਸੀ ਸਾਨੂੰ ਕਿ ਲਿਕਵਿਡ ਦੇ ਅੰਦਰ ਕਿਸੇ ਵੀ ਥਾਂ ਤੇ ਜਿਹੜਾ ਪ੍ਰੈਸ਼ਰ ਆ, ਜੇ ਗ੍ਰੈਵਿਟੀ ਨੈਗਲੈਕਟ ਹੋਵੇ ਤਾਂ ਇਕੁਅਲ ਹੁੰਦਾ। ਤੇ ਪਰ ਅਲਟੀਮੇਟਲੀ ਗੱਲ ਇਹ ਆ ਵੀ ਇਹ ਫੰਡਾ ਸਿਰਫ ਉਦੋਂ ਕੰਮ ਹੁੰਦਾ ਜਦੋਂ ਪਾਈਪ ਦੇ ਵਿੱਚ ਲਿਕਵਿਡ ਟਰੈਵਲ ਹੈ ਕਰਦਾ, ਪਾਈਪ ਦੇ ਵਿੱਚ ਲਿਕਵਿਡ ਪਿਆ ਹੈਗਾ, ਉਦੋਂ ਇਹ ਫੰਡਾ ਯੂਜ਼ ਆ ਜਾਊਗਾ ਤੁਹਾਡਾ। ਠੀਕ ਹੈ, ਜਿੱਦਾਂ ਬ੍ਰੇਕ ਦੇ ਵਿੱਚ ਆਪਾਂ ਪਾਈਪ ਦੇ ਵਿੱਚ ਪਿਸਟਨ ਦੇ ਵਿੱਚ ਲਿਕਵਿਡ ਪਾ ਕੇ ਧੱਕਾ ਮਾਰਤਾ ਤੇ ਆਪਾਂ ਬੜੀ ਵਧੀਆ ਗੱਲ ਦੱਸਦੀ ਵੀ ਪ੍ਰੈਸ਼ਰ ਇਕੁਅਲ ਅਮਾਊਂਟ 'ਚ ਟਰਾਂਸਫਰ ਹੋ ਰਿਹਾ ਵੀ ਸਾਰੇ ਥਾਵਾਂ ਤੇ, ਜਿਹਦੇ ਨਾਲ ਕਿ ਬ੍ਰੇਕ ਬਹੁਤ ਅੱਛੀ ਲੱਗੀ, ਜਿਹਦੇ ਨਾਲ ਕਿ ਲਿਫਟ ਜਿਹੜਾ ਹੈਗੀ ਉਹ ਹੈਵੀ ਲੋਡ ਨੂੰ ਉੱਪਰ ਚੱਕ ਗਈ। ਥੋੜਾ ਜ਼ੋਰ ਲਾਇਆ, ਜ਼ਿਆਦਾ ਭਾਰ, ਜਿੰਨਾ ਮਰਜ਼ੀ ਭਾਰ ਚੱਕ ਲਓ, ਦੇਖੋ ਤੁਸੀਂ ਕਿੱਡੀ ਜ਼ਬਰਦਸਤ ਚੀਜ਼ ਆ। ਮਤਲਬ ਇੰਨਾ ਜ਼ਬਰਦਸਤ ਕੰਮ ਆ ਇਹ। ਦੇਖੋ ਜਿੱਦਾਂ ਪੈਂਚਰ ਲਾਉਣ ਵਾਲੇ ਭਾਈ ਹੁੰਦੇ, ਉਹਨਾਂ ਕੋਲ ਕੀ ਹੁੰਦਾ, ਉਹਨਾਂ ਦੇ ਕੋਲ ਇੱਕ ਜੈਕ ਹੁੰਦਾ, ਉਹ ਜੈਕ ਪ੍ਰੈਸ਼ਰ ਵਾਲਾ ਹੀ ਹੁੰਦਾ, ਇਸੇ ਵਾਲਾ ਹੀ ਉਹਨੂੰ ਬੋਲਦੇ ਪ੍ਰੈਸ਼ਰ ਵਾਲਾ ਜੈਕ। ਪ੍ਰੈਸ਼ਰ ਵਾਲਾ ਮੀਨਸ ਪਾਸਕਲ ਲॉ ਵਾਲਾ ਜੈਕ। ਉਹ ਬੜੀ ਆਸਾਨੀ ਦੇ ਨਾਲ ਉਹਨੂੰ 3-4 ਪੰਪ ਜੇ ਮਾਰ ਕੇ, ਠੀਕ ਹੈ, ਉਹ ਬੜੀ ਆਸਾਨੀ ਦੇ ਨਾਲ ਕਾਰ ਨੂੰ ਚੱਕ ਦਿੰਦੇ। ਤੇ ਨਾਰਮਲੀ ਜੇ ਬੰਦੇ ਨੂੰ ਕਹੀਏ ਵੀ ਕਾਰ ਚੱਕਣੀ ਆ, ਬਹੁਤ ਜ਼ੋਰ ਲੱਗਦਾ। ਜੇ ਮੈਂ ਕਹਾਂ ਉਹ ਦੂਜਾ ਘੁਮਾਉਣ ਵਾਲਾ ਜੈਕ, ਇਹ ਦੋ ਤਰ੍ਹਾਂ ਦੇ, ਇੱਕ ਮਕੈਨੀਕਲ ਜੈਕ ਵੀ ਆਉਂਦਾ ਸਿੰਪਲ ਵਾਲਾ, ਉਹਦੇ 'ਚ ਕੀ ਹੁੰਦਾ, ਸਕਰੂ ਹੁੰਦੇ ਆ, ਉਹ ਘੁਮਾਈ ਚਲੋ ਕਮਲਾ ਹੋ ਜਾਂਦਾ ਬੰਦਾ, ਘੁਮਾਉਂਦਾ ਘੁਮਾਉਂਦਾ ਮਸਾਂ ਹੀ ਕਿਤੇ ਜਾ ਕੇ ਜੈਕ ਤਾਂ ਨੂੰ ਚੁੱਕਿਆ ਜਾਂਦਾ। ਠੀਕ ਹੈ ਨਾ। ਤਾਂ ਕੁੱਲ ਮਿਲਾ ਕੇ ਕਹਿਣ ਦਾ ਮੀਨਿੰਗ ਇਹ ਹੈ ਵੀ ਪਾਸਕਲ ਦਾ ਲॉ ਜਿਹੜਾ ਹੈਗਾ ਉਹ ਸਾਡੇ ਇਹਨਾਂ ਫਿਨੋਮੇਨਾ ਦੇ ਵਿੱਚ ਬਹੁਤ ਕੰਮ ਕਰਦਾ। ਹੁਣ ਜੇ ਗ੍ਰੈਵਿਟੀ ਆ ਜਾਵੇ ਫਿਰ ਕੀ ਕਰਾਂਗੇ, ਸਵਾਲ ਇਹ ਹੈ। ਜੇ ਗ੍ਰੈਵਿਟੀ ਆ ਜਾਵੇ ਤਾਂ ਮੈਂ ਗ੍ਰੈਵਿਟੀ ਨੂੰ ਨੈਗਲੈਕਟ ਕਰ ਨਹੀਂ ਸਕਦਾ, ਔਰ ਗ੍ਰੈਵਿਟੀ ਸਾਡੇ ਕੋਲ ਹੈਗੀ ਆ। ਇਹਦਾ ਮਤਲਬ ਅੱਜ ਸਾਡਾ ਟੌਪਿਕ ਜਿਹੜਾ ਹੈ ਉਹ ਗ੍ਰੈਵਿਟੀ ਤੇ ਬੇਸਡ ਹੋਊਗਾ। ਠੀਕ ਹੈ, ਨੋਟ ਕਰਿਓ, ਟੌਪਿਕ ਦਾ ਨਾਮ ਆ ਪ੍ਰੈਸ਼ਰ ਐਗਜ਼ਰਟਡ ਬਾਈ ਅ ਲਿਕਵਿਡ ਕਾਲਮ। ਬੜਾ ਅੱਛਾ ਟੌਪਿਕ ਆ। ਟੌਪਿਕ ਲਿਖਾਂਗੇ ਪ੍ਰੈਸ਼ਰ exerted by a liquid column। ਕਾਲਮ ਦਾ ਮਤਲਬ ਕੀ, ਕਾਲਮ ਦਾ ਮਤਲਬ ਕੀ ਆ, ਕਾਲਮ ਦਾ ਮਤਲਬ ਸਮਝਿਓ। ਦੇਖਣਾ, ਡਾਇਗਰਾਮ ਨਹੀਂ ਬਣਾਉਣਾ, ਦੇਖਿਓ ਪਹਿਲਾਂ। ਆ ਇੱਕ ਪਾਈਪ ਆ ਮੇਰੇ ਕੋਲੇ, ਇਸ ਪਾਈਪ ਦੇ ਵਿੱਚ ਮੈਂ ਇੱਥੇ ਤੱਕ ਪਾਣੀ ਭਰਤਾ, ਭਰਿਆ ਹੋਇਆ। ਆ ਪਾਈਪ ਦਾ ਫਲੋਰ ਆ ਥੱਲੇੜੇ ਪਾਸੇ, ਇਹ ਬੰਦ ਆ ਇਸ ਪਾਸਿਓਂ। ਤਾਂ ਇਹ ਪਾਣੀ, ਇਹ ਲਿਕਵਿਡ ਆ, ਇੱਥੇ ਪ੍ਰੈਸ਼ਰ ਐਗਜ਼ਰਟ ਕਰੂਗਾ, ਇਸ ਥਾਂ ਤੇ ਫੋਰਸ ਲਗਾਊਗਾ, ਧੱਕਾ ਮਾਰੂ ਥੱਲੇ ਨੂੰ, ਇਹ ਪ੍ਰੈਸ਼ਰ ਐਗਜ਼ਰਟ ਕਰੂਗਾ ਇਸ ਜਗ੍ਹਾ ਤੇ। ਮੈਂ ਪਤਾ ਕਰਨਾ ਵੀ ਇਸ h ਹਾਈਟ ਦੇ ਲਿਕਵਿਡ ਕਾਲਮ ਦਾ ਇੱਥੇ ਪ੍ਰੈਸ਼ਰ ਕਿੰਨਾ, ਜਾਂ ਇੱਥੇ ਪ੍ਰੈਸ਼ਰ ਕਿੰਨਾ, ਜਾਂ ਇੱਥੇ ਪ੍ਰੈਸ਼ਰ ਕਿੰਨਾ, ਜਾਂ ਇੱਥੇ ਪ੍ਰੈਸ਼ਰ ਕਿੰਨਾ। ਮਤਲਬ ਹਾਈਟ ਤੇ ਡਿਪੈਂਡ ਕਰਦਾ ਪ੍ਰੈਸ਼ਰ, ਧਿਆਨ ਰੱਖਿਓ। ਠੀਕ ਹੈ, ਜਿੱਦਾਂ ਜਿੱਦਾਂ ਤੁਸੀਂ ਨੀਚੇ ਨੂੰ ਜਾਓਗੇ ਉਦਾਂ ਉਦਾਂ ਪ੍ਰੈਸ਼ਰ ਵੱਧਦਾ ਜਾਊਗਾ। ਇਹ ਵਾਧਾ ਕਿਹੜੇ ਹਿਸਾਬ ਨਾਲ ਆ, ਫਾਰਮੂਲਾ ਕਿਹੜਾ ਲੱਗਦਾ, ਉਹ ਫਾਰਮੂਲਾ ਅਸੀਂ ਪੜਾਂਗੇ। ਠੀਕ ਹੈ, ਉਹਦੀ ਸਟੱਡੀ ਕਰਾਂਗੇ, ਡਿਰਾਈਵ ਕਰਾਂਗੇ ਇਸ ਫਾਰਮੂਲਾ। ਫਾਰਮੂਲਾ ਬੜਾ ਆਸਾਨ ਆ, ਫਾਰਮੂਲਾ ਬੜਾ ਆਸਾਨ ਆ। ਤਾਂ ਕਾਲਮ ਦਾ ਮਤਲਬ ਕਲੀਅਰ ਹੋ ਗਿਆ, ਲਿਕਵਿਡ ਦਾ ਕਾਲਮ ਭਰਿਆ ਹੋਇਆ, ਉਹਦਾ ਪ੍ਰੈਸ਼ਰ ਅਸੀਂ ਚੈੱਕ ਕਰਨਾ ਵੀ ਕਿੰਨਾ ਆ ਕਿਸੇ ਪਾਰਟਿਕੂਲਰ ਡੈਪਥ ਤੇ। ਡੈਪਥ ਕਿੰਨੀ ਆ, ਮੰਨ ਲਓ h ਡੈਪਥ ਆ, ਹਾਲਾਂਕਿ h ਹਾਈਟ ਹੁੰਦੀ, ਆਪਾਂ h ਡੈਪਥ ਲਿਖਦੇ ਨੇ। ਸਾਡੀ ਮਰਜ਼ੀ ਆ, ਸਿੰਬਲ ਹੀ ਯੂਜ਼ ਕਰਨਾ, ਜਿਹੜਾ ਮਰਜ਼ੀ ਯੂਜ਼ ਕਰ ਲਓ। ਆ ਜਾਓ ਲਿਖੋ, ਸਾਫ਼ ਡਾਇਗਰਾਮ ਬਣਾਇਓ, ਮਾੜਾ ਨਾ ਬਣਾਇਓ। ਠੀਕ ਹੈ, ਸਾਫ਼ ਸੁਥਰਾ ਸੋਹਣਾ ਡਾਇਗਰਾਮ ਬਣਾਉਣਾ। ਆ ਮੇਰੇ ਕੋਲ ਇੱਕ ਲਿਕਵਿਡ ਦਾ ਕਾਲਮ ਆ, ਲਿਕਵਿਡ ਕਾਲਮ ਦੀ ਹਾਈਟ ਆ h। ਚਲੋ ਅੱਗੇ ਵਰਗ ਵੀ ਬਣਾ ਦੇਣਾ। ਇਹ ਵੈਸਲ ਆ, ਇੱਕ ਵੈਸਲ ਦੇ ਵਿੱਚ ਇੱਥੋਂ ਤੱਕ ਲਿਕਵਿਡ ਭਰਿਆ ਹੈ, ਇਹ ਲਿਕਵਿਡ ਆ। ਬਣਾ ਲਓ ਬਈ, ਓਕੇ। ਵੈਸਲ ਦੇ ਵਿੱਚ ਲਿਕਵਿਡ ਭਰਿਆ, ਲਿਕਵਿਡ ਦੀ ਡੈਂਸਿਟੀ ਆ ਰੋ। ਰੋ ਇਜ਼ ਦਾ ਡੈਂਸਿਟੀ ਆਫ ਲਿਕਵਿਡ, ਧਿਆਨ ਰੱਖਿਓ। ਰੋ ਲਿਕਵਿਡ ਦੀ ਡੈਂਸਿਟੀ ਹੈ। ਕਿੰਨੀ ਹੈ ਲਿਕਵਿਡ ਦੀ ਡੈਂਸਿਟੀ ਪੁੱਤਰੋ, ਰੋ। ਆਹ ਵਾਲਾ ਏਰੀਆ ਨੀਚੇ ਵਾਲਾ ਸਰਫੇਸ ਏਰੀਆ, ਇਹ ਮੈਂ ਮੰਨਦਾ कैपिटल A। सरफेस एरिया में कितना मन्या, कैपिटल A। यानी कि इस लिक्विड कॉलम का क्रॉस सैक्शन एरिया कैपिटल A है। इत्थे 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 जिथे मर्जी पता कर लो, इहदा एरिया ऑफ क्रॉस सैक्शन A है। मैं करना प्रैशर फाइंड, ठीक है। तो प्रैशर फाइंड करना मैथड की है,
ਪ੍ਰੈਸ਼ਰ ਕਰਨ ਦਾ ਮੈਥਡ ਕੀ ਆ, ਲਿਖ ਦਿਓ ਇਹ ਗੱਲ। ਸਪੋਜ਼ ਕੁਝ ਗੱਲਾਂ, ਰੋ ਕੀ ਆ, ਡੈਂਸਿਟੀ ਆਫ ਦ ਲਿਕੁਇਡ, ਲਿਕੁਇਡ ਦੀ ਡੈਂਸਿਟੀ ਆ। ਐਚ ਕੀ ਆ, ਹਾਈਟ ਆਫ ਲਿਕੁਇਡ ਕਾਲਮ, ਹਾਈਟ ਆਫ ਲਿਕੁਇਡ ਕਾਲਮ। ਇਹ ਹੈਗਾ ਕ੍ਰਾਸ ਸੈਕਸ਼ਨ ਏਰੀਆ, ਕ੍ਰਾਸ ਸੈਕਸ਼ਨ ਏਰੀਆ, ਕਾਲਮ ਦਾ ਕ੍ਰਾਸ ਸੈਕਸ਼ਨ ਏਰੀਆ, ਲਿਕੁਇਡ ਕਾਲਮ ਦਾ ਕ੍ਰਾਸ ਸੈਕਸ਼ਨ ਏਰੀਆ। ਇਹ ਨੋਟ ਕਰ ਲਿਆ ਸਾਰਿਆਂ ਨੇ? ਨੋਟ ਕਰ ਲਿਆ? Yes, sir. Yes, sir. ਲਿਖ ਦਿਓ now the pressure on the bottom surface, bottom surface ਤੇ ਪ੍ਰੈਸ਼ਰ ਕਿੰਨਾ ਲੱਗਿਆ। ਇੱਥੇ ਪ੍ਰੈਸ਼ਰ ਸਾਡਾ ਹੋਊਗਾ ਇਹਦਾ ਲਿਕੁਇਡ ਦਾ, ਪ੍ਰੈਸ਼ਰ ਔਨ ਦਾ ਬਾਟਮ ਸਰਫੇਸ ਡਿਊ ਟੂ ਲਿਕੁਇਡ ਕਾਲਮ। ਕੱਲੇ ਲਿਕੁਇਡ ਕਾਲਮ ਦੀ ਗੱਲ ਕਰ ਰਿਹਾ ਮੈਂ, ਹੋਰ ਕੁਝ ਨਹੀਂ ਗੱਲ ਕਰ ਰਿਹਾ। ਤਾਂ ਪ੍ਰੈਸ਼ਰ ਦਾ ਫਾਰਮੂਲੇ ਮੈਂ ਜ਼ਿਆਦਾ ਪੜ੍ਹਾਏ ਨਹੀਂ। ਦਿਸ ਇਜ਼ ਇਕੁਅਲ ਟੂ ਥਰਸਟ ਅਪਨ ਏਰੀਆ, ਪਤਾ ਹੀ ਹੈ ਤੁਹਾਨੂੰ, ਪੜਿਆ ਹੋਇਆ ਕਿ ਨਹੀਂ ਪੜਿਆ ਹੋਇਆ? ਹਾਂਜੀ। ਥਰਸਟ ਪਰ ਯੂਨਿਟ ਸਰਫੇਸ ਏਰੀਆ। ਕਿਉਂਕਿ ਬਾਹਲੇ ਤਾਂ ਮੈਂ ਫਾਰਮੂਲੇ ਪੜ੍ਹਾਏ ਨਹੀਂ ਤੁਹਾਨੂੰ, ਇੱਕ ਹੀ ਫਾਰਮੂਲਾ ਮੈਂ ਉਸੇ ਨੂੰ ਹੀ ਨੋਟ ਕਰ ਰਿਹਾ, ਕੋਈ ਨਵਾਂ ਫਾਰਮੂਲਾ ਹੈ ਨਹੀਂ, ਕੋਈ ਨਵਾਂ ਫਾਰਮੂਲਾ ਹੈ ਨਹੀਂ। ਥਰਸਟ ਕਿੰਨੀ ਲੱਗ ਰਹੀ ਆ, ਜਿੰਨਾ ਇਹਦਾ weight ਆ ਇੰਨੇ ਸਾਰੇ ਲਿਕੁਇਡ ਦਾ, ਇੱਥੋਂ ਤੋਂ ਲੈ ਕੇ ਇੱਥੋਂ ਤੱਕ, ਉਹ ਸਾਰਾ ਥੱਲੇ ਨੂੰ ਜੋਰ ਲਾਈ ਜਾਂਦਾ। ਮੈਂ ਸਹੀ ਬੋਲਿਆ ਗਲਤ ਬੋਲਿਆ? ਜਿੰਨਾ ਇਹਨੇ ਲਿਕੁਇਡ ਦਾ weight ਆ, ਉਹ ਸਾਰੇ ਦਾ ਸਾਰਾ ਕਿੱਧਰ ਨੂੰ ਆ, weight ਦੀ ਡਾਇਰੈਕਸ਼ਨ ਕਿੱਧਰ ਨੂੰ ਹੁੰਦੀ ਹੈ ਹਮੇਸ਼ਾ? ਨੀਚੇ। ਵਰਟੀਕਲੀ ਡਾਊਨਵਰਡ। ਔਰ ਆਪਾਂ ਇਸੇ ਹੀ ਥਾਂ ਤੇ ਪ੍ਰੈਸ਼ਰ ਪਤਾ ਕਰਨਾ, ਆਪਾਂ ਇਸੇ ਜਗ੍ਹਾ ਤੇ ਪ੍ਰੈਸ਼ਰ ਪਤਾ ਕਰਨਾ ਵੀ ਪੀ ਪ੍ਰੈਸ਼ਰ ਲੱਗ ਰਿਹਾ ਬਈ। ਔਰ ਜੇ ਪੀ ਪ੍ਰੈਸ਼ਰ ਲੱਗ ਰਿਹਾ ਤਾਂ ਮਤਲਬ ਥਰਸਟ ਇੱਥੇ ਹੀ ਲੱਗ ਰਹੀ, ਇੱਥੇ ਪਤਾ ਕਰਨੀ। ਇੱਥੇ ਥਰਸਟ ਕਿੰਨੀ ਲੱਗ ਰਹੀ ਹੈ? ਡਿਊ ਟੂ weight। ਤਾਂ ਮੈਂ ਇੱਥੇ ਪ੍ਰੈਸ਼ਰ ਦਾ ਫਾਰਮੂਲਾ ਲਿਖੂੰਗਾ weight of liquid, weight of liquid column। ਥਰਸਟ weight of liquid column ਦੇ ਇਕੁਅਲ ਆ, ਡਿਵਾਈਡ ਬਾਈ ਸਰਫੇਸ ਏਰੀਆ ਕਿੰਨਾ? A। ਜੇ ਕਿਸੇ ਨੂੰ ਸਮਝ ਨਹੀਂ ਆ ਰਹੀ ਪੁੱਛ ਸਕਦਾ ਉਹ। weight ਕਿੰਨਾ ਲਿਕੁਇਡ ਦਾ? ਮੰਨ ਲਓ ਵੀ ਮਾਸ ਕਿੰਨਾ ਲਿਕੁਇਡ ਦਾ? m ਮੰਨ ਲਾ, ਕਿਉਂ ਬਈ? ਜੇ ਮਾਸ m ਹੋਵੇ ਤਾਂ weight ਕਿੰਨਾ ਹੁੰਦਾ? mg sir। ਬੋਲਿਓ ਨਾ ਤੁਸੀਂ, ਗੁੰਗੀ ਸੇ ਨਾ। ਮਾਸ ਕਿੰਨਾ, ਮਾਸ ਜੇ m ਹੋਵੇ weight ਕਿੰਨਾ ਹੁੰਦਾ? mg sir। mg। ਤਾਂ ਮੇਰੇ ਕੋਲ ਆ ਗਿਆ mg upon a। ਹੁਣ ਰੌਲਾ ਇਹ ਵੀ ਮਾਸ ਤਾਂ ਮੈਨੂੰ m ਜਿਹੜਾ ਹੈਗਾ ਇਹਦੀ ਕੈਲਕੂਲੇਸ਼ਨ ਕਰਨੀ ਮੁਸ਼ਕਿਲ ਆ। ਐਕਚੁਅਲੀ ਚ ਮੈਂ ਡੈਂਸਿਟੀ ਦੀ ਟਰਮ ਚ ਆਊਂਗਾ। ਮਾਸ ਇਜ਼ ਇਕੁਅਲ ਟੂ ਡੈਂਸਿਟੀ ਇਨਟੂ ਵੋਲਿਊਮ। ਵੋਲਿਊਮ ਬੜੀ ਆਸਾਨੀ ਨਾਲ ਕੈਲਕੂਲੇਟ ਕਰ ਲੂੰਗਾ, ਏਰੀਆ ਮਲਟੀਪਲਾਈਡ ਬਾਈ ਲੈਂਥ। ਏਰੀਆ ਮਲਟੀਪਲਾਈਡ ਬਾਈ ਲੈਂਥ ਇਜ਼ ਇਕੁਅਲ ਟੂ ਵੋਲਿਊਮ। ਤਾਂ ਮਾਸ ਨੂੰ ਮੈਂ ਕਿੰਨਾ ਲਿਖਿਆ? ਆ ਮਾਸ ਆਫ ਲਿਕੁਇਡ ਆ, ਤਾਂ ਮਾਸ ਨੂੰ ਮੈਂ ਲਿਖਿਆ ਡੈਂਸਿਟੀ ਇਨਟੂ ਵੋਲਿਊਮ ਆਫ ਲਿਕੁਇਡ। इनटू जी डिवाइड बाय ए। गलत तो नहीं लिखा मैं? मास इज इक्वल टू डेंसिटी ऑफ लिक्विड इनटू वॉल्यूम ऑफ लिक्विड। और वॉल्यूम कितनी है? A into H। वॉल्यूम हैगी आ AL, सॉरी AH। वो पता भी लग रहा है कुछ के नहीं लग रहा? एरिया मल्टीप्लाइड बाय दिस लेंथ इज इक्वल टू वॉल्यूम। किते पढ़िया होया किते कि नहीं पढ़िया? जिन्होंने नहीं समझा पूछ लो। एरिया मल्टीप्लाइड बाय हाइट, दिस इज इक्वल टू वॉल्यूम, एंड दिस इज मल्टीप्लाइड विद G अपॉन A। एरिया नाल एरिया कैंसल, मेरा आंसर आ गया प्रेशर दा H रो जी। मैं रोबो जी नहीं बोलिया किते कौन सर कहते एच रोबो जी ना, मैं बोलिया एच रो जी। मैं रोन नूं नहीं आख्या किसी नूं, एच रो जी। प्रेशर कितना? एच रो एच जी। रो जी, ठीक है। एच रो जी हो गया याद?
ਇਹ ਪ੍ਰੈਸ਼ਰ ਲਿਕਵਿਡ ਕਾਲਮ ਦਾ, ਇਹਨੂੰ ਗੌਜ ਪ੍ਰੈਸ਼ਰ ਵੀ ਬੋਲਦੇ ਆ, ਲਿਖ ਦਿਓ। ਇਟ ਇਜ਼ ਆਲਸੋ ਕਾਲਡ ਐਜ਼ ਗੌਜ ਪ੍ਰੈਸ਼ਰ। ਲਿਕਵਿਡ ਕਾਲਮ ਦੇ ਪ੍ਰੈਸ਼ਰ ਨੂੰ ਗੌਜ ਪ੍ਰੈਸ਼ਰ ਵੀ ਬੋਲਦੇ ਆ, ਜਿਹ 'ਚ ਸਿਰਫ ਤੇ ਸਿਰਫ ਲਿਕਵਿਡ ਦਾ ਪ੍ਰੈਸ਼ਰ ਆ, ਇਹ 'ਚ ਹੋਰ ਕੋਈ ਪ੍ਰੈਸ਼ਰ ਇਨਵੋਲਵ ਹੈ ਨਹੀਂ। ਕੀ ਇੱਥੇ ਹੋਰ ਕੋਈ ਪ੍ਰੈਸ਼ਰ ਇਨਵੋਲਵ ਹੈਗਾ? ਦੱਸੋ ਮੈਨੂੰ। नो सर। अरे भैया, एक प्रेशर जो हमेशा हर जगह पर इन्वॉल्व होता है वो कौन सा है? एटमॉस्फेरिक प्रेशर। एटमॉस्फेरिक प्रेशर। हाँ, एटमॉस्फेरिक प्रेशर हमेशा, ब्लैक आ रही है। एटमॉस्फेरिक प्रेशर हमेशा हमेशा हुंदा है। वीडियो रुकी जांदी है। हाँ जी, कंसंट्रेट मेरे को बहुत अच्छी आ रही है। इट इज ऑल्सो कॉल्ड एज, ਇਹਦਾ ਦੂਜਾ ਨਾਮ ਕੀ ਆ? ਗੌਜ ਪ੍ਰੈਸ਼ਰ। ਕੀ ਨਾਮ ਹੈ ਇਹਦਾ? ਗੌਜ ਪ੍ਰੈਸ਼ਰ। ਹੁਣ ਗੌਜ ਪ੍ਰੈਸ਼ਰ ਸਿਰਫ ਤੇ ਸਿਰਫ ਲਿਕਵਿਡ ਦਾ ਪ੍ਰੈਸ਼ਰ ਆ, ਪਰ ਜੇ ਮੈਂ ਕਿਸੇ ਪਾਰਟਿਕੂਲਰ ਪੁਆਇੰਟ ਤੇ ਟੋਟਲ ਪ੍ਰੈਸ਼ਰ ਪਤਾ ਕਰਨਾ ਹੋਵੇ ਤਾਂ ਉਹ ਚ ਐਟਮੋਸਫੇਰਿਕ ਪ੍ਰੈਸ਼ਰ ਆਟੋਮੈਟਿਕਲੀ ਇਨਵੋਲਵ ਹੋ ਜਾਊਗਾ। ਆ ਇੱਕ ਲਿਕਵਿਡ ਕਾਲਮ ਆ, ਇੱਥੇ ਐਟਮੋਸਫੀਅਰ ਦਾ ਪ੍ਰੈਸ਼ਰ ਤਾਂ ਹਮੇਸ਼ਾ ਰਹਿਣਾ PA, ਇਹ ਪੱਕਾ ਹੀ ਆ। ਇਹਦੀ ਵੈਲਿਊ ਮੈਂ ਜਸਟ ਅਗਲੇ ਟੌਪਿਕ 'ਚ ਕਰਵਾਉਂਗਾ ਤੁਹਾਨੂੰ। ਤਾਂ ਜੇ ਮੈਂ ਇੱਥੇ ਇਸ ਬਾਟਮ ਸਰਫੇਸ ਤੇ ਟੋਟਲ ਪ੍ਰੈਸ਼ਰ ਦੀ ਗੱਲ ਕਰਾਂ ਤਾਂ ਗੌਜ ਪ੍ਰੈਸ਼ਰ ਪਲੱਸ ਐਟਮੋਸਫੈਰਿਕ ਪ੍ਰੈਸ਼ਰ ਦੋਨਾਂ ਦਾ ਸਮ ਹੋ ਜਾਊਗਾ। ਓਕੇ, ਇਹ ਗੱਲ ਨੋਟ ਲਿਖ ਲਓ, ਇੱਕ ਨੋਟ ਲਿਖਿਓ ਟੋਟਲ ਪ੍ਰੈਸ਼ਰ ਐਟ ਦ ਬਾਟਮ ਸਰਫੇਸ। ਬਾਟਮ ਸਰਫੇਸ ਤੇ ਜੇ ਮੈਂ ਟੋਟਲ ਪ੍ਰੈਸ਼ਰ ਲਿਖਣਾ ਹੋਵੇ ਤਾਂ ਟੋਟਲ ਪ੍ਰੈਸ਼ਰ ਦੀ ਵੈਲਿਊ ਆ P total is equal to, P ਦੇ ਪੈਰ 'ਚ ਮੈਂ ਟੋਟਲ ਲਿਖਤਾ, ਸਬਸਕ੍ਰਿਪਟ ਲਗਾਤੀ, P total is equal to P plus, ਏਦਾਂ ਲਿਖੋ ਇਹਨੂੰ ਪਹਿਲਾਂ, ਗੌਜ ਪ੍ਰੈਸ਼ਰ ਪਲੱਸ ਐਟਮੋਸਫੈਰਿਕ ਪ੍ਰੈਸ਼ਰ। ਐਟਮੋਸਫੈਰਿਕ ਪ੍ਰੈਸ਼ਰ ਤੁਸੀਂ ਕੈਮਿਸਟਰੀ 'ਚ ਬੜਾ ਪੜ੍ਹਿਆ ਹੋਊਗਾ। ਅੱਜ ਆਪਾਂ ਇਹ ਪਤਾ ਕਰਾਂਗੇ ਵੀ ਐਟਮੋਸਫੈਰਿਕ ਪ੍ਰੈਸ਼ਰ ਆਉਂਦਾ ਕਿੱਥੋਂ ਆ, ਹਨਾ। ਕੈਮਿਸਟਰੀ ਵਾਲੇ ਤੋਂ ਹੀ ਗੱਲਾਂ ਕਰ ਦਿੰਦੇ ਵੀ ਐਟਮੋਸਫੈਰਿਕ ਪ੍ਰੈਸ਼ਰ ਯਾਦ ਕਰ ਲਓ ਇੰਨਾ। ਮੈਂ ਤੁਹਾਨੂੰ ਜਮਾ ਨਹੀਂ ਯਾਦ ਕਰਾਉਂਦਾ, ਮੈਂ ਤੁਹਾਨੂੰ ਇਹ ਬੋਲੂੰਗਾ ਵੀ ਪਤਾ ਕਰੋ, ਠੀਕ ਹੈ। ਇਹ ਆਊਗਾ P plus PA ਐਟਮੋਸਫੈਰਿਕ ਪ੍ਰੈਸ਼ਰ ਆ, ਤਾਂ P total is equal to, ਜੇ ਮੈਂ ਕੈਲਕੂਲੇਟ ਕਰਨਾ ਹੋਵੇ ਤਾਂ ਮੈਨੂੰ ਇਹਦੀ ਵੈਲਿਊ ਮਿਲੂਗੀ H rho G ਪਲੱਸ ਐਟਮੋਸਫੈਰਿਕ ਪ੍ਰੈਸ਼ਰ PA। ਨੋਟ ਕਰ ਲਿਓ, ਬੜੇ ਕੰਮ ਦੀ ਚੀਜ਼ ਆ। ਤਾਂ ਫਿਰ ਨਵਾਂ ਟੌਪਿਕ ਸਾਡਾ ਕੀ ਬਣਦਾ? ਬੋਲੋ ਬਈ, what is the new topic? pressure, ਐਟਮੋਸਫੈਰਿਕ ਪ੍ਰੈਸ਼ਰ ਨਵਾਂ ਟੌਪਿਕ ਬਣਦਾ ਸਾਡਾ, ਐਟਮੋਸਫੈਰਿਕ ਪ੍ਰੈਸ਼ਰ। ਲਿਕਵਿਡ ਪ੍ਰੈਸ਼ਰ ਮੈਨੂੰ ਪਤਾ ਲੱਗ ਗਿਆ, H rho G ਵਾਲਾ ਫਾਰਮੂਲਾ ਮੈਨੂੰ ਆਉਣ ਲੱਗ ਗਿਆ, ਠੀਕ ਹੈ। ਹੁਣ ਇੱਕ ਗੱਲ ਇੱਥੋਂ ਕਲੀਅਰ ਹੋ ਰਹੀ, ਗੌਜ ਪ੍ਰੈਸ਼ਰ ਹਾਈਟ ਦੇ ਨਾਲ ਵੱਧਦਾ ਆ। ਇਹੀ ਰੀਜ਼ਨ ਆ, ਛੋਟੇ ਹੁੰਦੇ ਤੁਹਾਨੂੰ ਸਵਾਲ ਆਉਂਦਾ ਹੁੰਦਾ ਸੀ, ਸ਼ਾਇਦ ਯਾਦ ਹੋਊਗਾ ਤੁਹਾਨੂੰ। ਛੋਟੇ ਹੁੰਦੇ ਕੁਐਸਚਨ ਆਉਂਦਾ ਵੀ ਇਹ ਡੈਮ ਆ ਜਾਂ ਨਹਿਰਾਂ ਆ, ਉਹਨਾਂ ਦੇ ਜਿਹੜੀ ਦੀਵਾਰ ਆ ਸਾਈਡ ਵਾਲੀ, ਉਹਦਾ ਕ੍ਰਾਸ ਸੈਕਸ਼ਨ ਇਦਾਂ ਦਾ ਹੁੰਦਾ, ਦੇਖਿਆ ਤੁਸੀਂ ਕਦੇ? ਯੈਸ ਸਰ। ਹਾਂਜੀ ਸਰ। ਡੈਮ ਦਾ, ਨਹਿਰ ਦੀ ਸਾਈਡ ਵਾਲ, ਇਹਨਾਂ ਦੇ ਕ੍ਰਾਸ ਸੈਕਸ਼ਨ ਕਦੇ ਸਿੱਧਾ ਨਹੀਂ ਹੁੰਦਾ, ਇਹ ਇਦਾਂ ਹੁੰਦਾ, ਠੀਕ ਹੈ। ਇਹ ਦੇਖਿਆ ਤੁਸੀਂ। ਇਹ ਏਰੀਆ ਜ਼ਿਆਦਾ ਕਿਉਂ ਕਰਦੇ ਇੱਥੇ? ਆਹ ਚੀਜ਼ ਇਦਾਂ ਕਿਉਂ ਬਣਾਉਂਦੇ ਆ? ਤਾਂ ਕਿ ਪ੍ਰੈਸ਼ਰ ਘੱਟ ਪਵੇ ਅਰਥ 'ਚ। ਬਿਕੋਜ਼ ਗੱਲ ਸੁਣ ਲਓ, ਇਹਦਾ ਰੀਜ਼ਨ ਆ। ਇੱਕ ਤਾਂ ਇਹਦਾ ਇਹ ਆ ਵੀ ਅਰਥ ਦੇ, ਚਲੋ ਠੀਕ ਆ, ਕੁੜੀ ਨੇ ਕਹਿਤਾ ਵੀ ਅਰਥ ਤੇ ਪ੍ਰੈਸ਼ਰ ਘੱਟ ਪਵੇ, ਉਹ ਬਹੁਤ ਵਧੀਆ ਗੱਲ ਆ, ਠੀਕ ਹੈ। ਮਤਲਬ ਦੀਵਾਰ ਛੇਤੀ ਸਟਿਲ ਰਹੂਗੀ, ਮੂਵ ਨਹੀਂ ਕਰਦੀ ਆਸੇ ਪਾਸੇ। ਨੰਬਰ 2, ਜਿਹੜੀ ਹਾਈਟ ਆ ਨਾ, ਇੱਥੇ ਅੰਦਰ ਲਿਕਵਿਡ ਚੱਲ ਰਿਹਾ, ਆ ਪਾਣੀ ਚੱਲ ਰਿਹਾ ਅੰਦਰ, ਟਰੈਵਲ ਕਰ ਰਿਹਾ, ਇੱਥੇ ਤਾਂ ਪ੍ਰੈਸ਼ਰ ਘੱਟ ਹੋਊਗਾ, ਪਰ ਜਿੱਦਾਂ ਜਿੱਦਾਂ ਥੱਲੇ ਜਾਵਾਂਗੇ ਇੱਥੇ ਲਿਕਵਿਡ ਦਾ ਪ੍ਰੈਸ਼ਰ ਬਹੁਤ ਹੋਊਗਾ। ਇਸ ਜਗ੍ਹਾ ਤੇ ਪ੍ਰੈਸ਼ਰ ਮੈਕਸਿਮਮ ਹੋਊਗਾ। ਇੰਨਾ ਪ੍ਰੈਸ਼ਰ ਇਸ ਦੀਵਾਰ ਨੂੰ ਝੱਲਣਾ ਪੈਣਾ। ਤਾਂ ਉੱਪਰ ਤਾਂ ਦੀਵਾਰ ਪਤਲੀ ਵੀ ਹੋਵੇ, ਪ੍ਰੈਸ਼ਰ ਹੈ ਹੀ ਨਹੀਂ, ਘੱਟ ਆ, ਪਰ ਜਿੱਦਾਂ ਜਿੱਦਾਂ ਨੀਚੇ ਨੂੰ ਜਾਵਾਂਗੇ ਪ੍ਰੈਸ਼ਰ ਵੱਧਦਾ ਲਿਕਵਿਡ ਦਾ। ਇੰਨਾ ਲਿਕਵਿਡ ਪ੍ਰੈਸ਼ਰ ਹੋ ਜਾਂਦਾ ਵੀ ਇਹ ਧੱਕਾ ਮਾਰ ਕੇ ਦੀਵਾਰ ਨੂੰ ਤੋੜ ਕੇ ਬਾਹਰ ਆ ਸਕਦਾ। ਇਹੀ ਰੀਜ਼ਨ ਆ ਵੀ ਜਿਹੜਾ ਡੈਮ ਆ ਕੋਈ ਵੀ, ਜਾਂ ਜਿਹੜੀ ਨਹਿਰਾਂ ਦੀਆਂ ਸਾਈਡ ਵਾਲਸ ਆ, ਠੀਕ ਆ, ਉਹ ਸਾਰੀਆਂ ਦੀਆਂ ਸਾਰੀਆਂ ਇਸ ਸ਼ੇਪ ਦੇ ਵਿੱਚ ਤਿਆਰ ਕੀਤੀਆਂ ਜਾਂਦੀਆਂ।
ਉਹਨਾਂ ਦਾ ਕ੍ਰਾਸ ਸੈਕਸ਼ਨ ਇਦਾਂ ਦਾ ਹੁੰਦਾ। ਸਮਝ ਆ ਰਹੀ ਸਾਰਿਆਂ ਨੂੰ ਕਿ ਨਹੀਂ ਆ ਰਹੀ? ਹਾਂਜੀ। ਚਲੋ ਕੰਟੀਨਿਊ ਕਰੋ। ਟੌਪਿਕ ਆ ਸਾਡਾ ਐਟਮੋਸਫੇਰਿਕ ਪ੍ਰੈਸ਼ਰ। ਲਿਖੋ, ਬੜਾ ਸੌਖਾ ਜਿਹਾ ਟੌਪਿਕ ਆ ਐਟਮੋਸਫੇਰਿਕ ਪ੍ਰੈਸ਼ਰ। ਕੀ ਹੈ ਐਟਮੋਸਫੇਰਿਕ ਪ੍ਰੈਸ਼ਰ? ਐਟਮੋਸਫੇਰਿਕ ਪ੍ਰੈਸ਼ਰ ਕੀ ਹੈ ਬੇਟਾ? ਸਰ ਕੁਝ ਮਰਕਰੀ ਵਗੈਰਾ ਨਾਲ ਕਾਊਂਟ ਕਰਦੇ ਹੁੰਦੇ ਆ ਨਾ। ਹਾਂ, ਦਿਮਾਗ ਚੱਲ ਰਿਹਾ ਮੁੰਡੇ ਦਾ। ਕੋਈ ਨਹੀਂ, ਦੇਖ ਲੈਂਦੇ ਆਪਾਂ। ਪਹਿਲਾਂ ਤੂੰ ਐਟਮੋਸਫੇਰਿਕ ਪ੍ਰੈਸ਼ਰ ਦੀ ਡੈਫੀਨੇਸ਼ਨ ਲਿਖ, ਫਿਰ ਕਹਾਣੀ ਅੱਗੇ ਪਾਵਾਂਗੇ। ਲਿਖੋ ਐਟਮੋਸਫੇਰਿਕ ਪ੍ਰੈਸ਼ਰ। ਇਹ ਪ੍ਰੈਸ਼ਰ ਕਿਹੜਾ ਪ੍ਰੈਸ਼ਰ ਹੁੰਦਾ? ਉਹ ਪ੍ਰੈਸ਼ਰ ਜਿਹੜਾ ਐਟਮੋਸਫੀਅਰ ਐਗਜ਼ਰਟ ਕਰਦਾ ਹੈਗਾ ਸਾਡੇ ਤੇ ਕਹਿ ਲਓ, ਜਾਂ ਅਰਥ ਦੇ ਸਰਫੇਸ ਤੇ ਕਹਿ ਲਓ, ਜਿੱਥੇ ਵੀ ਕਿਸੇ ਵੀ ਪੁਆਇੰਟ ਤੇ। ਲਿਖ ਦਿਓ, ਲਿਖ ਲਓ। ਇਟ ਇਜ਼ ਦ ਪ੍ਰੈਸ਼ਰ ਐਗਜ਼ਰਟਡ ਬਾਈ ਐਟਮੋਸਫੀਅਰ। It is the pressure exerted by atmosphere at a particular place. It is the pressure exerted by atmosphere at a particular place. At a particular place. ਇੱਕ ਖਾਸ ਥਾਂ ਤੇ ਐਟਮੋਸਫੀਅਰ ਜਿਹੜਾ ਹੈਗਾ ਉਹ ਕਿੰਨਾ ਪ੍ਰੈਸ਼ਰ ਐਗਜ਼ਰਟ ਕਰਦਾ, ਠੀਕ ਹੈ, ਉਹ ਆ ਐਟਮੋਸਫੀਅਰ ਕਰਦਾ ਐਗਜ਼ਰਟ। ਸਰ ਮੇਰਾ ਕਨੈਕਸ਼ਨ ਵੀਕ ਹੋ ਗਿਆ ਸੀ, ਮਾੜਾ ਦੁਬਾਰਾ ਦੱਸ। ਐਟਮੋਸਫੇਰਿਕ ਪ੍ਰੈਸ਼ਰ ਦੀ ਡੈਫੀਨੇਸ਼ਨ ਕਲੀਅਰ? ਦਿਸ ਇਜ਼ ਦ ਬੇਸਿਕ ਡੈਫੀਨੇਸ਼ਨ। ਹੁਣ ਗੱਲ ਇਹ ਆ ਵੀ ਇਹਨੂੰ ਜੇ ਮੈਂ ਕੁਝ ਫਿਜ਼ਿਕਸ ਦੀ ਡੈਫੀਨੇਸ਼ਨ ਦੇਵਾਂ ਤਾਂ ਕੀ ਡੈਫੀਨੇਸ਼ਨ ਦੇਵਾਂ? ਵੀ ਇਹ ਤਾਂ ਆਪਾਂ ਬੋਲਤਾ ਵੀ ਐਟਮੋਸਫੇਰਿਕ ਪ੍ਰੈਸ਼ਰ ਕੀ ਆ? ਇਟ ਇਜ਼ ਦ ਪ੍ਰੈਸ਼ਰ ਐਗਜ਼ਰਟਡ ਬਾਈ ਐਟਮੋਸਫੀਅਰ, ਬਸ। ਪਰ ਇਹਦੀ ਵੈਲਿਊ ਕਿੰਨੀ, ਕਿੱਦਾਂ ਆਈ, ਕੈਲਕੂਲੇਟ ਕੀ ਹੋਊਗੀ? ਧਿਆਨ ਨਾਲ ਸੁਣੋ, ਬੜਾ ਸੌਖਾ ਆ। ਦੇਖੋ ਤੁਸੀਂ ਕੀ ਕਰੋ, ਧਿਆਨ ਨਾਲ ਸੁਣੋ। ਮੰਨ ਲਓ ਵੀ ਮਨਮੀਤ ਸਿੰਘ ਨੂੰ ਇੱਥੇ ਖੜਾ ਕਰਤਾ ਆਪਾਂ ਨੇ। ਮਨਮੀਤ ਸਿੰਘ ਗੱਲ ਸੁਣ ਲਾ। ਮਨਮੀਤ ਸਿੰਘ ਮੈਨੂੰ ਇਹ ਬੋਲਦਾ, ਕਹਿੰਦਾ ਜੀ ਮੈਨੂੰ ਪਤਾ ਕਰਕੇ ਦਿਓ ਵੀ ਜਿੱਥੇ ਸਾਡੇ ਘਰੇ ਐਟਮੋਸਫੇਰਿਕ ਪ੍ਰੈਸ਼ਰ ਕਿੰਨਾ, ਮੈਂ ਪਤਾ ਕਰਨਾ। ਲਓ ਜੀ, ਮਨਮੀਤ ਸਿੰਘ ਨੂੰ ਮੈਂ ਕਿਹਾ ਵੀ ਤੂੰ ਖੜਾ ਹੋ ਜਾ, ਤੇ ਤੇਰੇ ਆਲੇ ਦੁਆਲੇ ਇੱਕ ਇਦਾਂ ਦਾ ਗੋਲ ਘੇਰਾ ਬਣਾ ਲਾ, ਇੱਕ ਆਲੇ ਦੁਆਲੇ ਇੱਕ ਸਕੁਅਰ ਬਣਾ ਲਾ, ਜਿਹਦੀ ਲੈਂਥ ਵੀ 1 ਮੀਟਰ ਆ ਤੇ ਬ੍ਰੈਡਥ ਵੀ 1 ਮੀਟਰ ਆ। ਇਹ ਕਹਿੰਦਾ ਜੀ ਠੀਕ ਆ। ਇਹਨੇ ਆਪਣੇ ਚਾਰੇ ਪਾਸੇ 1 ਮੀਟਰ ਲੈਂਥ ਤੇ 1 ਮੀਟਰ ਬ੍ਰੈਡਥ ਦਾ ਸਕੁਅਰ ਬਣਾ ਲਿਆ। ਫਿਰ ਮੈਂ ਇਹਨੂੰ ਇਹ ਬੋਲਿਆ ਵੀ ਇੱਕ ਕੰਮ ਕਰ, ਤੂੰ ਇਹਨੂੰ ਉੱਪਰ ਵੱਲ ਨੂੰ ਇਸ ਤਰੀਕੇ ਦੇ ਨਾਲ ਡਰਾ ਕਰਕੇ ਇੱਕ ਕਾਲਮ ਤਿਆਰ ਕਰ। ਇੱਕ ਗਲਾਸ ਟਾਈਪ ਤਿਆਰ ਕਰਤਾ। ਕਿਉਂ ਬਈ, ਸਹੀ ਹੈ ਗਲਤ? ਦੀ ਹਾਈਟ ਕਿੰਨੀ ਹੋਣੀ ਚਾਹੀਦੀ ਆ? ਕਿਉਂ ਬਈ, ਇਸ ਗਲਾਸ ਜਿਹੜਾ ਇਹ ਗਲਾਸ ਤਿਆਰ ਕੀਤਾ ਮੈਂ, ਹੈ 1 ਮੀਟਰ ਨਾ, ਇਹਦੀ ਹਾਈਟ ਹੋਣੀ ਚਾਹੀਦੀ ਅਰਥ ਦੇ ਐਟਮੋਸਫੀਅਰ ਦੀ ਹਾਈਟ ਦੇ ਬਰਾਬਰ। ਹਾਈਟ ਆਫ ਐਟਮੋਸਫੀਅਰ ਦੀ ਹਾਈਟ, ਅਰਥ ਦੇ ਐਟਮੋਸਫੀਅਰ ਦੀ ਹਾਈਟ ਕਿੰਨੀ ਆ ਪਤਾ ਤੁਹਾਨੂੰ? ਵੈਰੀ ਕਰਦੀ ਹੈ ਪਲੇਸ ਟੂ ਪਲੇਸ। ਹੁਣ ਇਹਦੇ ਵਿੱਚ ਜਿਹੜੀ ਹਵਾ ਹੋਊਗੀ ਉਹ ਹਵਾ ਦਾ ਭਾਰ ਹੋਊ ਕਿ ਨਹੀਂ ਹੋਊ? ਉਹ ਗੱਲ ਵੀ ਪਤਾ ਲੱਗ ਰਹੀ ਕਿ ਨਹੀਂ ਲੱਗ ਰਹੀ? ਹੋਊਗਾ ਸਰ। ਦੁਬਾਰਾ ਸੁਣੋ, 1 ਮੀਟਰ ਲੈਂਥ 1 ਮੀਟਰ ਲੈਂਥ ਹੋਗੀ, 1 ਮੀਟਰ ਬ੍ਰੈਡਥ ਹੋਗੀ, ਉਹਦਾ ਇੱਕ ਕਾਲਮ ਬਣਾ ਲਿਆ ਉੱਪਰ ਵੱਲ ਨੂੰ। ਉਸ ਕਾਲਮ ਦੇ ਵਿੱਚ ਹਵਾ ਭਰਤੀ। ਹਵਾ ਨਾਰਮਲੀ ਹੈ ਹੀ ਹੈ ਸਾਡੇ ਕੋਲੇ। ਇੰਨੀ ਹਵਾ ਇਸ ਥਾਂ ਤੇ, ਇੰਨੀ ਹਵਾ ਦਾ ਜਿਹੜਾ weight ਆ, ਉਸ weight ਦਾ ਕਰਕੇ ਜਿਹੜਾ ਇੱਥੇ ਪ੍ਰੈਸ਼ਰ ਲੱਗੂਗਾ ਉਹਨੂੰ ਬੋਲੂੰਗਾ ਮੈਂ ਐਟਮੋਸਫੇਰਿਕ ਪ੍ਰੈਸ਼ਰ। ਸਮਝ ਆ ਗਈ ਕਿ ਨਹੀਂ ਆਈ? ਸਮਝ ਆ ਰਹੀ ਆ? ਦੁਬਾਰਾ ਸੁਣੋ, ਐਟਮੋਸਫੇਰਿਕ ਹਾਈਟ ਦਾ 에ਅਰ ਕਾਲਮ ਯੂਨਿਟ ਏਰੀਆ ਆਫ ਕ੍ਰਾਸ ਸੈਕਸ਼ਨ ਤੇ ਕਿੰਨਾ ਪ੍ਰੈਸ਼ਰ ਐਗਜ਼ਰਟ ਕਰਦਾ, HROG ਵਾਲੇ ਫਾਰਮੂਲੇ ਨਾਲ ਹੀ ਆ ਜਾਊਗਾ। ਉਸ ਪ੍ਰੈਸ਼ਰ ਨੂੰ ਬੋਲਾਂਗੇ ਅਸੀਂ ਐਟਮੋਸਫੇਰਿਕ ਪ੍ਰੈਸ਼ਰ। 1 ਐਟਮੋਸਫੇਰਿਕ ਪ੍ਰੈਸ਼ਰ। ਲਿਖ ਦਿਓ ਇਹ ਗੱਲ, ਨਵੀਂ ਲਾਈਨ ਤੋਂ ਲਿਖਿਓ। 1 ਐਟਮੋਸਫੇਰਿਕ ਪ੍ਰੈਸ਼ਰ is equal to, ਇੱਕ ਐਟਮੋਸਫੇਰਿਕ ਪ੍ਰੈਸ਼ਰ ਕਿਹਦੇ ਇਕੁਅਲ ਹੁੰਦਾ ਬੇਟਾ?
1 atmospheric pressure is equal to the pressure exerted by an air column of unit cross section area, and height equal to atmospheric height। आज ਇਹਨੂੰ ਬੋਲਦੇ ਇੱਕ ਐਟਮੋਸਫੈਰਿਕ ਪ੍ਰੈਸ਼ਰ। ਤਾਂ ਜਿਹੜਾ ਤੁਹਾਡਾ ਇੱਕ ਐਟਮੋਸਫੈਰਿਕ ਪ੍ਰੈਸ਼ਰ ਤੁਸੀਂ ਕੈਮਿਸਟਰੀ ਚ NTP ਤੇ ਉਹ ਵਾਲਾ ਯੂਜ਼ ਕਰਦੇ ਹੁੰਦੇ ਨਾ 1 ਐਟਮੋਸਫੈਰਿਕ ਪ੍ਰੈਸ਼ਰ, ਉਹਦੀ ਵੈਲਿਊ ਹੈ ਇਦਾਂ ਆਉਂਦੀ ਆ। 에ਅਰ ਕਾਲਮ ਹਾਈਟ ਕਿ ਨਹੀਂ ਜਿੱਥੋਂ ਤੱਕ ਐਟਮੋਸਫੀਅਰ ਉੱਪਰ ਤੱਕ ਹਾਂ ਫਿਰ ਸੇ ਗਰਾਊਂਡ ਦੇ ਨੇੜੇ ਸਭ ਤੋਂ ਜ਼ਿਆਦਾ ਪ੍ਰੈਸ਼ਰ ਹੋਊਗਾ। ਹਾਂ ਗਰਾਊਂਡ ਤੋਂ ਥੱਲੇ ਚਲੇ ਜਾਏਗਾ ਹੋਰ ਵੱਧ ਜਾਊਗਾ। ਠੀਕ ਹੈ ਨਾ, ਕਿਉਂਕਿ ਐਟਮੋਸਫੀਅਰ ਦੀ ਹਾਈਟ ਘਟੂਗੀ। ਹੁਣ ਮੰਨ ਲਾ ਪਹਾੜਾਂ ਤੇ ਜਾਏਗਾ, ਐਟਮੋਸਫੀਅਰ ਦੀ ਹਾਈਟ ਘਟ ਕੇ ਉੱਥੇ ਪ੍ਰੈਸ਼ਰ ਵੀ ਘੱਟ ਹੁੰਦਾ ਕਿ ਨਹੀਂ ਹੁੰਦਾ? ਯੈਸ ਸਰ। ਬਸ ਸਿੰਪਲ ਗੱਲ ਆ, ਇਹ ਚ ਕੋਈ ਕੰਪਲਿਕੇਸ਼ਨ ਤਾਂ ਹੈ ਹੀ ਨਹੀਂ ਨਾ। ਇਹਦੀ ਵੈਲਿਊ ਲਿਖੋ 1 atmospheric pressure is equal to 1.013 into 10 to the power 5 ਪਾਸਕਲ। ਤੁਸੀਂ ਕਹਿਣਾ ਸਰ ਰੱਟਾ ਮਰਵਾਉਂਦੇ ਆ, ਇਹ ਵੈਲਿਊ ਕਿੱਥੋਂ ਆਈ? 1.013 into 10 to the power 5 ਪਾਸਕਲ। ਹੋਰ ਵਧੀਆ ਲਿਖਣੀ 1.01325 ਹੋਰ ਲਿਖ ਲਓ, ਇਹਦੇ ਨਾਲ 1325 ਲਾ ਲਿਓ। ਇਹ ਬਾਹਲੀ ਵਧੀਆ ਵੈਲਿਊ ਲਿਖਣੀ ਆ, ਠੀਕ ਹੈ? ਠੀਕ ਜੀ ਲਿਖਣੀ ਆਪਣੀ, ਤੇ ਗੱਡੀ ਚੱਲ ਜੂਗੀ, ਕੋਈ ਚੱਕਰ ਨਹੀਂ। ਹਾਂਜੀ ਹੁਣ ਗੱਲ ਇਹ ਆ ਵੀ ਮੈਂ ਐਟਮੋਸਫੈਰਿਕ ਪ੍ਰੈਸ਼ਰ ਦੀ ਕੈਲਕੂਲੇਸ਼ਨ ਕਰਨੀ ਆ। ਦੇਖੋ ਪਹਿਲਾਂ ਤਾਂ ਮੈਂ 에ਅਰ ਕਾਲਮ ਨੂੰ ਸੈਪਰੇਟ ਕਰੂੰਗਾ, ਐਡਾ ਉੱਚਾ ਲੋਹੇ ਦਾ ਕੋਈ ਜੁਗਾੜ ਲਾਉਂਗਾ ਹਨਾ, ਤਾਂ ਹੀ ਸੈਪਰੇਟ ਹੋਊਗਾ 에ਅਰ ਕਾਲਮ। ਫਿਰ ਉਹ ਚ ਹਵਾ ਦੀ ਮੇਜਰਮੈਂਟ ਵਾਸਤੇ, ਹਵਾ ਦੀ ਵੇਟ ਵਾਸਤੇ ਕੋਈ ਜੁਗਾੜ ਥੱਲੇ ਲਾਉਣਾ ਪਊ, ਮੈਨੂੰ ਬੜਾ ਮਹਿੰਗਾ ਪਊਗਾ। ਮੈਨੂੰ ਤਾਂ ਇੰਨਾ ਪੈਸਾ ਥੋੜੀ ਲਾਉਣਾ ਆਪਾਂ ਨੇ। ਠੀਕ ਆ, ਆਪਾਂ ਨੇ ਐਟਮੋਸਫੈਰਿਕ ਪ੍ਰੈਸ਼ਰ ਕਿਤੇ ਵੀ ਜਿੱਥੇ ਹੈਗੇ ਆਪਾਂ ਉੱਥੇ ਮੇਜਰ ਕਰਨਾ, ਪਰ ਸਾਡੇ ਕੋਲ ਇਹ ਜੁਗਾੜ ਹੈ ਨਹੀਂ। ਇਹ ਤਾਂ ਅਸੀਂ ਇੱਕ ਡੈਫੀਨੇਸ਼ਨ ਦੇਤੀ ਵੀ ਇਦਾਂ ਹੈਗਾ, ਠੀਕ ਹੈ ਨਾ, ਔਰ ਸਾਡਾ 1 ਐਟਮੋਸਫੇਅਰ ਦੀ ਵੈਲਿਊ ਆ ਜਾਊਗੀ। ਓਕੇ, ਬਟ ਮੈਂ ਇਸ ਐਟਮੋਸਫੈਰਿਕ ਪ੍ਰੈਸ਼ਰ ਦੀ ਵੈਲਿਊ ਹਵਾ ਨਾਲ ਨਹੀਂ ਕੈਲਕੂਲੇਟ ਕਰਦਾ, ਮੈਂ ਹਵਾ ਦਾ ਕੰਪੈਰੀਜ਼ਨ ਮਰਕਰੀ ਨਾਲ ਕਰਕੇ ਕਰੂੰਗਾ। ਔਰ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਟੋਰੀਸੈਲੀ ਨੇ। ਕਿਹਨੇ ਕੀਤਾ ਪੁੱਤਰੋ ਇਹ ਕੰਮ? ਟੋਰੀਸੈਲੀ ਨੇ। ਤੇ ਸਾਡਾ ਨਵਾਂ ਟੌਪਿਕ ਹੈ ਟੋਰੀਸੈਲੀ ਐਕਸਪੈਰੀਮੈਂਟ। ਆ ਜਾਓ, ਐਟਮੋਸਫੈਰਿਕ ਪ੍ਰੈਸ਼ਰ ਦੀ ਕੈਲਕੂਲੇਸ਼ਨ ਕਰਨੀ ਅਸੀਂ ਆਹ ਵਾਲੀ, ਕਿਹਦੀ ਹੈਲਪ ਨਾਲ? ਮਰਕਰੀ ਦੀ ਹੈਲਪ ਨਾਲ। ਔਰ ਇਹ ਸਭ ਤੋਂ ਪਹਿਲਾਂ ਕਿਹਨੇ ਕਰਕੇ ਦਿੱਤਾ ਸਾਨੂੰ? ਟੋਰੀਸੈਲੀ। ਟੋਰੀਸੈਲੀ ਦਾ ਐਕਸਪੈਰੀਮੈਂਟ ਲਿਖਿਓ ਸਰ। ਹਾਂ ਬੋਲੋ ਸਰ ਤੁਸੀਂ ਕਿਹਾ ਸਰ ਵੀ ਹਾਈਟ ਦੇ ਡਿਫਰੈਂਸ ਨਾਲ ਐਟਮੋਸਫੈਰਿਕ ਪ੍ਰੈਸ਼ਰ ਚੇਂਜ ਹੁੰਦਾ ਹੈ, ਤਾਂ ਸਰ ਇੱਕ ATM ਦੀ ਵੈਲਿਊ ਕਨਸਟੈਂਟ ਕਿਵੇਂ ਹੋ ਸਕਦੀ ਹੈ? ਦਿਸ ਇਜ਼ ਅ ਸਟੈਂਡਰਡ ਵੈਲਿਊ। ਨਾਰਮਲ ਲੈਵਲ ਤੇ ਕਿਹੜਾ ਬੋਲਦੇ ਹੁੰਦੇ ਉਹਨੂੰ? ਸਟੈਂਡਰਡ ਟੈਂਪਰੇਚਰ ਐਂਡ ਪ੍ਰੈਸ਼ਰ ਤੇ ਉਹ ਕਿਹੜਾ ਹੁੰਦਾ? ਉਹ ਤੇ ਹੈ। ਅੱਛਾ ਓਕੇ ਸਰ। ਹਾਂ ਐਵੇਂ ਥੋੜਾ, ਇਹ ਸਟੈਂਡਰਡ ਵੈਲਿਊ ਹੈ ਜਿਹੜੀ ਨਾਰਮਲੀ ਆਪਾਂ ਯੂਜ਼ ਕਰ ਲੈਂਦੇ ਆ, ਅਦਰਵਾਈਜ਼ ਤਾਂ ਵੈਰੀ ਕਰਦੀ ਹੈ, ਪਤਾ ਹੀ ਆਪਾਂ ਨੂੰ। ਹੁਣ ਆਪਾਂ ਫਿਰ ਇਹਦਾ ਮਤਲਬ ਇਹ ਥੋੜੀ ਵੀ ਥਾਂ ਤੇ ਆਪਾਂ ਵੈਲਿਊ ਅਲੱਗ-ਅਲੱਗ ਲਈ ਫਿਰਾਂਗੇ। ਟੋਰੀਸੈਲੀਜ਼ ਐਕਸਪੈਰੀਮੈਂਟ ਟੂ ਕੈਲਕੂਲੇਟ 1 ਐਟਮੋਸਫੈਰਿਕ ਪ੍ਰੈਸ਼ਰ। ਇੱਕ ਐਟਮੋਸਫੈਰਿਕ ਪ੍ਰੈਸ਼ਰ ਦੀ ਵੈਲਿਊ ਕੈਲਕੂਲੇਟ ਕਰਨ ਵਾਸਤੇ ਕਿਹਦਾ ਐਕਸਪੈਰੀਮੈਂਟ ਬੇਟਾ? ਟੋਰੀਸੈਲੀ। ਕਰੀਏ ਬਈ। ਲਿਖ ਲਓ ਮਰਕਰੀ ਬੈਰੋਮੀਟਰ। ਇਹਦੇ ਫੰਡੇ ਤੇ ਮਰਕਰੀ ਬੈਰੋਮੀਟਰ ਦਾ ਫੰਡਾ ਵੀ ਹੈ। ਬੈਰੋਮੀਟਰ ਯੂਜ਼ ਕਰਦੇ ਆਪਾਂ ਲੈਬਸ ਦੇ ਵਿੱਚ ਪ੍ਰੈਸ਼ਰ ਦੀ ਮੇਜਰਮੈਂਟ ਕਰਨ ਵਾਸਤੇ। ਇੱਕ ਬੈਰੋਮੀਟਰ ਲੱਗਿਆ ਹੁੰਦਾ। ਬੈਰੋਮੀਟਰ ਇੱਕ ਏਦਾਂ ਦੀ ਡਿਵਾਈਸ ਆ ਜਿਹੜੀ ਪ੍ਰੈਸ਼ਰ ਦੀ ਮੇਜਰਮੈਂਟ ਕਰਦੀ ਕਿਸੇ ਪਾਰਟਿਕੂਲਰ ਪਲੇਸ ਤੇ। ਔਰ ਬੈਰੋਮੀਟਰ ਮਰਕਰੀ ਦੇ ਨਾਲ ਚੱਲਦਾ, ਕਿਉਂਕਿ ਮਰਕਰੀ ਦਾ weight ਬਹੁਤ ਜ਼ਿਆਦਾ, ਡੈਂਸਿਟੀ ਬਹੁਤ ਜ਼ਿਆਦੀ ਹੈ। ਠੀਕ ਹੈ, ਮਰਕਰੀ ਦੇ ਬੈਰੋਮੀਟਰ ਦਾ ਜਿਹੜਾ ਫੰਡਾ ਆ ਉਹ ਫੰਡਾ ਟੋਰੀਸੈਲੀ ਨੇ ਦਿੱਤਾ ਸਾਨੂੰ। ਓਕੇ ਆ ਜਾਓ, ਟੋਰੀਸੈਲੀ ਨੇ ਕੀ ਆਖਿਆ ਧਿਆਨ ਨਾਲ ਸੁਣਿਓ। ਪਹਿਲਾਂ ਗੱਲ ਸਮਝਣੀ ਆ। ਟੋਰੀਸੈਲੀ ਨੇ ਕੀ ਕੀਤਾ? ਉਹਦੇ ਕੋਲ ਇੱਕ ਵੈਸਲ ਸੀ, ਕੋਈ ਗਲਾਸ ਵੈਸਲ ਲੈ ਲਓ,
ਇੱਥੇ ਥਾਂ ਛੱਡਣਾ ਉੱਪਰ ਇੱਕ ਗਲਾਸ ਵੈਸਲ ਇਧਰੋਂ ਮੈਂ ਖਾਲੀ ਛੱਡਤਾ ਇੱਕ ਵਾਰ ਠੀਕ ਆ ਮੈਂ ਬਣਾਉਂਗਾ ਇੱਥੇ ਇਹਦੇ ਵਿੱਚ ਮੈਂ ਕੀ ਕੀਤਾ ਮੈਂ ਇੱਕ ਮਰਕਰੀ ਨੂੰ ਧਿਆਨ ਨਾਲ ਸੁਣਿਓ ਟੋਰੀਸੈਲੀ ਨੇ ਕੀ ਕੀਤਾ ਉਹਨੇ ਇੱਕ ਹਾਰਡ ਗਲਾਸ ਦੀ ਟੈਸਟ ਟਿਊਬ ਲੈ ਲਈ ਹਾਰਡ ਗਲਾਸ ਦੀ ਉਸ ਟਿਊਬ ਦੇ ਵਿੱਚ ਮਰਕਰੀ ਭਰ ਲਿਆ 1 ਮੀਟਰ ਅਪਰੋਕਸੀਮੇਟ ਲੈਂਥ ਦੀ 1 ਮੀਟਰ ਲੈਂਥ ਦੀ ਓਕੇ 1 ਮੀਟਰ ਲੈਂਥ ਦੀ ਟਿਊਬ ਲੈ ਕੇ ਉਹਨੇ ਉਹਨੂੰ ਮਰਕਰੀ ਨਾਲ ਫੁੱਲ ਕਰਕੇ ਉੱਪਰ ਗੂਠਾ ਲਾ ਕੇ ਉਹਨੂੰ ਮਰਕਰੀ ਦੇ ਭਰੇ ਹੋਏ ਵੈਸਲ 'ਚ ਪੁੱਠਾ ਕਰਤਾ ਕਲੀਅਰ ਹੈ ਗੱਲ ਕਿ ਨਹੀਂ ਕਲੀਅਰ ਤਾਂ ਜਦੋਂ ਵੈਸਲ ਦੇ ਵਿੱਚ ਪੁੱਠਾ ਕੀਤਾ ਤਾਂ ਸਾਡੇ ਕੋਲ ਕੀ ਚੀਜ਼ ਬਣੂਗੀ ਪਹਿਲੀ ਗੱਲ ਤੇ ਵੀ ਮਰਕਰੀ ਜਿਹੜਾ ਆ ਉਹ ਕਦੇ ਵੀ ਕਿਸੇ ਨੂੰ ਗਿੱਲਾ ਨਹੀਂ ਕਰਦਾ ਵੈਟ ਨਹੀਂ ਕਰਦਾ ਜੋ ਸਾਡੇ ਹੱਥ ਤੇ ਪਿਆ ਹੋਵੇ ਸਾਡਾ ਹੱਥ ਗਿੱਲਾ ਨਹੀਂ ਹੁੰਦਾ ਇਸ ਗੱਲ ਦਾ ਖਾਸ ਖਿਆਲ ਰੱਖਿਓ ਠੀਕ ਹੈ ਉਹਦਾ ਐਂਗਲ ਆਫ ਕੰਟੈਕਟ ਜਿਹੜਾ ਦੈਟ ਇਜ਼ ਗ੍ਰੇਟਰ ਦੈਨ 90 ਡਿਗਰੀ ਉਹ ਆਪਾਂ ਅੱਗੇ ਪੜਾਂਗੇ ਫਿਕਰ ਨਾ ਕਰੋ ਤੁਸੀਂ ਅਗਲੇ ਚੈਪਟਰਸ ਦੇ ਵਿੱਚ ਆਊਗਾ ਫਿਲਹਾਲ ਆ ਮਰਕਰੀ ਆ ਤੇ ਮਰਕਰੀ ਨੂੰ ਮੈਂ ਇਸ ਤਰੀਕੇ ਨਾਲ ਰੱਖਿਆ ਵੈਸਲ 'ਚ ਇਦਾਂ ਪਿਆ ਇਹ ਦੀਵਾਰਾਂ ਦੇ ਨਾਲ ਟੱਚ ਵੈਟ ਨਹੀਂ ਕਰਦਾ ਦੀਵਾਰਾਂ ਨੂੰ ਵੈਟ ਕਰਨ ਵਾਲਾ ਲਿਕੁਇਡ ਪਾਣੀ ਆ ਉਹ ਐ ਜਾਊਗਾ ਉਹਦਾ ਸਰਫੇਸ ਉਹਦੀ ਮੈਨਿਸਕਸ ਇਹਨੂੰ ਮੈਨਿਸਕਸ ਬੋਲਦੇ ਆ ਓਕੇ ਮੈਂ ਕੀ ਕੀਤਾ ਇਹਦੇ ਵਿੱਚ ਮਰਕਰੀ ਦੀ ਟਿਊਬ ਭਰੀ ਹੋਈ ਨੂੰ ਪੁੱਠੇ ਕਰਤਾ ਮੁੱਦੇ ਕਰਤਾ ਇਹ ਮਰਕਰੀ ਟਿਊਬ ਆ ਮੇਰੇ ਕੋਲੇ ਮਰਕਰੀ ਦੀ ਟਿਊਬ ਨੂੰ ਜਦੋਂ ਮੈਂ ਪੁੱਠੇ ਕਰਤਾ ਇਹਦੇ 'ਚ ਤੇ ਮਰਕਰੀ ਦੀ ਟਿਊਬ ਇਸ ਤਰੀਕੇ ਦੇ ਨਾਲ ਸਾਨੂੰ ਦਿਖਣ ਲੱਗ ਗਈ ਧਿਆਨ ਨਾਲ ਸੁਣ ਲਿਓ ਗੱਲ ਨੂੰ ਹੁਣ ਮਰਕਰੀ ਆ ਵੀ ਮਰਕਰੀ ਇਹਦੇ ਵਿੱਚ ਵੀ ਮਰਕਰੀ ਤਾਂ ਮਰਕਰੀ ਭਾਰਾ ਬਹੁਤ ਹੁੰਦਾ ਇਹ ਥੱਲੇ ਨੂੰ ਆਉਣਾ ਸ਼ੁਰੂ ਹੋ ਜਾਊਗਾ ਹੁਣ ਸਾਡਾ ਸਿੰਪਲ ਮਾਈਂਡ ਇਹ ਬੋਲਦਾ ਵੀ ਜਮਾਂ ਹੀ ਥੱਲੇ ਆ ਜਾਊਗਾ ਗਰਾਊਂਡ ਤੇ ਠੀਕ ਹੈ ਪਰ ਟੋਰੀਸੈਲੀ ਨੇ ਜਦੋਂ ਐਕਸਪੈਰੀਮੈਂਟ ਕੀਤਾ ਐ ਨਹੀਂ ਹੋਇਆ ਮਰਕਰੀ ਨੀਚੇ ਨੂੰ ਆਉਂਦਿਆਂ ਇੱਕ ਪਾਰਟਿਕੂਲਰ ਹਾਈਟ ਤੇ ਰੁਕਿਆ ਇਹ ਹਾਈਟ ਕਿੰਨੀ ਸੀ ਇਹ ਮਰਕਰੀ ਆ ਇਹ ਹਾਈਟ ਕਿੰਨੀ ਸੀ ਇਹ ਹਾਈਟ ਸੀ 76 ਸੈਂਟੀਮੀਟਰ 76 ਸੈਂਟੀਮੀਟਰ ਹਾਈਟ ਤੇ ਇਹ ਮਰਕਰੀ ਜਿਹੜਾ ਆ ਇਹ ਰੁਕ ਗਿਆ ਇਹਦੇ ਸਰਫੇਸ ਤੋਂ ਉਹਨੇ ਦਿਮਾਗ ਲਗਾਇਆ ਵੀ ਰੁਕਿਆ ਕਿਉਂ ਇਹ ਗਰਾਊਂਡ ਤੇ ਕਿਉਂ ਨਹੀਂ ਹੈ ਥੱਲੇ ਕਿਉਂ ਨਹੀਂ ਹੈ ਇਹਦਾ ਲੈਵਲ ਬਰਾਬਰ ਹੋਣਾ ਚਾਹੀਦਾ ਸੀ ਇਹਦਾ ਲੈਵਲ ਬਰਾਬਰ ਕਿਉਂ ਨਹੀਂ ਹੋਇਆ ਕੋਈ ਤਰੌਲਾ ਉਹਨੇ ਫਿਰ ਦਿਮਾਗ ਹੋਰ ਲਾਇਆ ਕਹਿੰਦਾ ਆਪਾਂ ਨੂੰ ਟੇਢਾ ਕਰਕੇ ਦੇਖਦੇ ਹਾਂ ਉਹਨੇ ਕੀਤਾ ਇਸ ਮਰਕਰੀ ਕਾਲਮ ਨੂੰ ਟੇਢਾ ਕਰਤਾ ਉਹਨੇ ਇਸ ਮਰਕਰੀ ਦੇ ਕਾਲਮ ਨੂੰ ਟੇਢਾ ਕਰਤਾ ਟਿਲਟ ਕਰਤਾ ਟਿਲਟ ਜਦੋਂ ਮਰਕਰੀ ਦੇ ਕਾਲਮ ਨੂੰ ਟਿਲਟ ਕੀਤਾ ਉਹ ਹੈਰਾਨ ਹੋ ਗਿਆ ਰਿਜ਼ਲਟ ਦੇਖ ਕੇ ਮਰਕਰੀ ਦੇ ਕਾਲਮ ਨੂੰ ਜਦੋਂ ਉਹਨੇ ਟਿਲਟ ਕੀਤਾ ਟੇਢਾ ਕੀਤਾ ਉਹਦਾ ਰਿਜ਼ਲਟ ਬੜਾ ਜ਼ਬਰਦਸਤ ਸੀ ਉਹਦਾ ਰਿਜ਼ਲਟ ਬੜਾ ਜ਼ਬਰਦਸਤ ਸੀ ਇਹਦੀ ਹਾਈਟ ਬਿਲਕੁਲ ਨਹੀਂ ਬਦਲੀ ਜਦੋਂ ਇਹਨੂੰ ਟਿਲਟ ਕੀਤਾ ਨਾ ਤਾਂ ਮਰਕਰੀ ਦੀ ਹਾਈਟ ਨਹੀਂ ਬਦਲੀ ਮਰਕਰੀ ਦੀ ਹਾਈਟ ਉਨੀ ਰਹੀ ਜਿੰਨੀ ਸੀ ਮਤਲਬ ਕਹਿਣ ਦਾ ਜੇ ਇੱਥੇ 76 ਸੈਂਟੀਮੀਟਰ ਆ ਤਾਂ ਸੇਮ ਹਾਈਟ ਇੱਥੇ ਰਹੀ ਇਸ ਗੱਲ ਤੋਂ ਉਹਦੇ ਦਿਮਾਗ 'ਚ ਕੁਐਸਚਨ ਆ ਗਿਆ ਇਹ ਕੀ ਬਣਿਆ ਜਿੰਨੀ ਹਾਈਟ ਇੱਥੇ ਸੀ ਉਨੀ ਹਾਈਟ ਇੱਥੇ ਆਈ क्यों भाई सेम है ना सेम हाइट यस सर टिल्ट करे तो भी सेम हाइट जिन्नी हाइट आया इन्नी हाइट आया टिल्ट करने तो बाद भी हाइट सेम आ गई समझ आ रही गल कि नहीं आ रही तो ਉਹਦੇ ਦਿਮਾਗ 'ਚ क्वेश्चन आ गया भी हाइट सेम आई कोई गल तो हैगी आ फिर उन्हें कैलकुलेशंस करनी शुरू कर दियां इत्थे मैं लिख देना मरकरी HG फिर उन्हें दिमाग लाया भी ये हाइट क्यों रुकी एक्चुअली च की होया भी जदों ये नीचे नूं आ रहा सी तां इत्थों तो लैके इत्थों तक 76 सेंटीमीटर हाइट दा जिहड़ा मरकरी कॉलम है ना इहदा प्रैशर एच रोजी वाले नाल उन्हें फाइंड कीता ध्यान नाल सुणो गल उन्हें इत्थों तो लैके इत्थों तक एच रोजी वाले फार्मूले दे नाल जिहड़ा मैं हुणे करवाया तुहानूं ओहदे नाल उन्हें इस लिक्विड दा मरकरी दा प्रैशर पता कीता इत्थों तक भी इत्थे कितना प्रैशर और बाहरों जेड़ा एटमोसफीयर दा प्रैशर सी PA एटमोसफेरिक प्रैशर बाहरले सरफेस ते पै रहा कि नहीं पै रहा मैनूं ये बोलो
Yes, sir. ਐਟਮੋਸਫੈਰਿਕ ਪ੍ਰੈਸ਼ਰ ਦੇ ਨਾਲ ਇਸ ਮਰਕਰੀ ਦਾ ਪ੍ਰੈਸ਼ਰ ਬੈਲੈਂਸ ਹੋ ਗਿਆ। ਪਹਿਲਾਂ ਤਾਂ ਮਰਕਰੀ ਦਾ ਪ੍ਰੈਸ਼ਰ ਜ਼ਿਆਦਾ ਸੀ ਤੇ ਇਹ ਤੁਰਿਆ ਜਾਂਦਾ ਸੀ ਥੱਲੇ ਨੂੰ, ਹੌਲੀ ਹੌਲੀ ਇੱਥੇ ਪਹੁੰਚ ਕੇ ਕੀ ਹੋਇਆ, ਇਸ ਹਾਈਟ ਤੇ ਜਾ ਕੇ ਮਰਕਰੀ ਦੇ ਕਾਲਮ ਦਾ ਪ੍ਰੈਸ਼ਰ ਔਰ ਐਟਮੋਸਫੀਅਰ ਦਾ ਪ੍ਰੈਸ਼ਰ ਦੋਨੋਂ ਬੈਲੈਂਸ ਹੋ ਗਿਆ ਔਰ ਮਰਕਰੀ ਕਾਲਮ ਉੱਥੇ ਖੜਾ ਹੋ ਗਿਆ। ਇੱਥੋਂ ਦੇ ਰਿਜ਼ਲਟ ਦੇਤਾ। ਉਹ ਕਹਿੰਦਾ ਗੱਲ ਸੁਣੋ, ਜਿਹੜਾ 1 ਐਟਮੋਸਫੈਰਿਕ ਪ੍ਰੈਸ਼ਰ ਹੈ ਨਾ, 1 ਐਟਮੋਸਫੈਰਿਕ ਪ੍ਰੈਸ਼ਰ ਕਿਹੜਾ ਪ੍ਰੈਸ਼ਰ ਆ, which is the pressure of the 76 centimeter mercury column। 76 centimeter mercury column ਦਾ ਪ੍ਰੈਸ਼ਰ ਉਹੀ ਐਟਮੋਸਫੈਰਿਕ ਪ੍ਰੈਸ਼ਰ ਆ। ਦੇਖੋ ਕਿੰਨਾ ਜ਼ਬਰਦਸਤ ਗੱਲ ਆ। ਡਾਇਗਰਾਮ ਬਣਾ ਲਿਆ? ਹਾਂਜੀ ਸਰ। Yes. ਡਾਇਗਰਾਮ ਬਣਾ ਲਿਆ ਸਾਰਿਆਂ ਨੇ? ਸਰ ਇੱਕ ਮਿੰਟ ਰੁਕ ਜਾਓ। ਲਿਖ ਲਓ। In this experiment, the atmospheric pressure is balanced. The atmospheric pressure is balanced by the pressure. Atmospheric pressure is balanced by the pressure due to 76 centimeter mercury column। ਜਾਂ ਇਦਾਂ ਲਿਖ ਲਓ। ਇੱਕ ਗੱਲ ਹੋਰ ਦੱਸਾਂ, ਜਦੋਂ ਤੁਸੀਂ ਪ੍ਰੈਸ਼ਰ ਇੱਥੇ ਕੈਲਕੂਲੇਟ ਕਰਨਾ ਤਾਂ ਤੁਸੀਂ ਆਹ ਟੇਢੀ ਹਾਈਟ ਕਦੇ ਨਹੀਂ ਲੈਣੀ। ਇਹ ਗੱਲ ਦਾ ਖਾਸ ਖਿਆਲ ਰੱਖਿਓ। ਮੰਨ ਲਓ ਤੁਸੀਂ ਬੋਲੋਗੇ ਇੱਥੇ ਪ੍ਰੈਸ਼ਰ ਤਾਂ ਜੀ 76 ਵਾਲਾ, ਇੱਥੇ ਕਿੰਨਾ, ਆਹ ਵਰਟੀਕਲ ਹਾਈਟ ਦੇ ਨਾਲ ਇੱਥੇ ਪ੍ਰੈਸ਼ਰ ਕੈਲਕੂਲੇਟ ਹੋਊਗਾ। ਇਸ ਟੇਢੀ ਹਾਈਟ ਦੇ ਨਾਲ, ਇਸ ਟੇਢੀ ਲੈਂਥ ਦੇ ਨਾਲ ਕਦੇ ਵੀ ਪ੍ਰੈਸ਼ਰ ਕੈਲਕੂਲੇਟ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਉਹ ਤਾਂ ਗਲਤ ਆ ਜਾਊਗਾ। ਫਿਰ ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਓਕੇ, ਲਿਖ ਦਿਓ ਇਹ ਗੱਲ। ਤਾਂ ਕੀ ਲਿਖਿਆ ਆਪਾਂ? ਇਨ ਦਿਸ ਐਕਸਪੈਰੀਮੈਂਟ the atmospheric pressure is balanced by pressure due to mercury column of height 76 centimeter। mercury column of height, mercury column ਨੂੰ HG column ਲਿਖ ਲਿਓ। mercury column of height vertical ਨਾਲ ਪਾ ਲਿਓ, vertical height 76 ਸੈਂਟੀਮੀਟਰ। 76 ਸੈਂਟੀਮੀਟਰ ਦੀ ਵਰਟੀਕਲ ਹਾਈਟ ਦਾ ਕਾਲਮ ਆ ਜਿਹੜਾ, ਉਹਦੇ ਨਾਲ ਬੈਲੈਂਸ ਹੋ ਗਿਆ। ਤਾਂ ਐਟਮੋਸਫੈਰਿਕ ਪ੍ਰੈਸ਼ਰ देयरफॉर ਕਿੰਨਾ ਆ ਗਿਆ? that is 1 atmospheric is equal to pressure due to 76 centimeter HG column। ਜਿਹਨੂੰ ਗੱਲ ਨਹੀਂ ਸਮਝ ਆਈ ਪੁੱਛ ਲਿਓ, ਮੈਨੂੰ ਫੇਰ ਨਾ ਆਖਿਓ। ਜਿਹਨੂੰ ਗੱਲ ਨਹੀਂ ਸਮਝ ਆਈ ਨਾਲੋਂ ਦੀ ਨਾਲ, ਤਾਂ 1 ਐਟਮੋਸਫੈਰਿਕ ਪ੍ਰੈਸ਼ਰ ਦੀ ਵੈਲਿਊ ਆ H, ਹਾਈਟ ਆ, ਰੋ ਮਰਕਰੀ ਦਾ ਲੈਣਾ, HG ਪਾਤਾ ਪੈਰ 'ਚ, ਡੈਂਸਿਟੀ H ਰੋ G ਵਾਲਾ ਫਾਰਮੂਲੇ ਦੇ ਨਾਲ ਮੈਂ ਆਨਸਰ ਦੇ ਦੂੰਗਾ। ਤਾਂ 1 ਐਟਮੋਸਫੈਰਿਕ ਪ੍ਰੈਸ਼ਰ ਦੀ ਵੈਲਿਊ ਮੈਂ ਏਦਾਂ ਕੈਲਕੂਲੇਟ ਕਰ ਰਿਹਾ। 1 ਐਟਮੋਸਫੈਰਿਕ ਪ੍ਰੈਸ਼ਰ ਨੂੰ ਮੈਂ PA ਲਿਖ ਦਿੰਦਾ, ਐਟਮੋਸਫੈਰਿਕ ਪ੍ਰੈਸ਼ਰ। ਇਹਦੀ ਵੈਲਿਊ ਸਾਡੇ ਕੋਲੇ H ਰੋ HG। ਹੁਣ ਜੋ ਵੈਲਿਊਜ਼ ਆ ਉਹ ਪੁੱਟ ਕਰਾਂਗੇ। ਹੇਅਰ H ਦੀ ਵੈਲਿਊ ਆ 76 ਸੈਂਟੀਮੀਟਰ, ਇਹਦੇ ਮੀਟਰ ਬਣਾ ਲਓ ਤਾਂ 0.76 ਮੀਟਰ ਬਣਾ ਲਓ। ਨੋਟ ਰੱਖਿਓ, ਗਲਤ ਨਾ ਕਰ ਦਿਓ। 0.76 ਮੀਟਰ ਹਾਈਟ ਹੋ ਗਈ। ਮਰਕਰੀ ਦੀ ਡੈਂਸਿਟੀ ਯਾਦ ਰੱਖਣੀ ਪਊਗੀ ਤੁਹਾਨੂੰ, ਮੇਰੇ ਕੋਲ ਕੋਈ ਇਲਾਜ ਨਹੀਂ ਇਹਦਾ। ਮਰਕਰੀ ਦੀ ਡੈਂਸਿਟੀ ਬਹੁਤ ਜ਼ਿਆਦਾ ਹੁੰਦੀ ਆ। ਮਰਕਰੀ ਬਹੁਤ ਡੈਂਸਰ, ਬਹੁਤ ਭਾਰਾ ਹੁੰਦਾ। ਮਰਕਰੀ ਦੀ ਡੈਂਸਿਟੀ ਜਿਹੜੀ ਆ ਉਹ ਹੈਗੀ 13.6 into 10 to the power 3। 13.6 into 10 to the power 3 ਕਿਲੋਗ੍ਰਾਮ ਪਰ ਮੀਟਰ ਕਿਊਬ। ਤੁਸੀਂ ਡੈਂਸਿਟੀ ਦਾ ਆਈਡੀਆ ਲਾਓ, ਡੈਂਸਿਟੀ ਦਾ ਆਈਡੀਆ ਲਾਓ ਕੀ ਚੀਜ਼ ਆ। ਧਿਆਨ ਨਾਲ ਸੁਣੋ, ਮੈਂ ਇੱਕ ਗੱਲ ਦੱਸਦਾ। ਮੀਟਰ ਕਿਊਬ ਦਾ ਮਤਲਬ 1 ਮੀਟਰ ਚੌੜਾ, 1 ਮੀਟਰ ਲੈਂਥ ਬ੍ਰੈਡਥ ਤੇ 1 ਮੀਟਰ ਦੀ ਹਾਈਟ। ਇੱਕ ਬਾਕਸ ਬਣਾਤਾ ਮੈਂ। ਮੇਰੀ ਗੱਲ ਸਮਝਿਓ ਮਾੜੀ ਜੀ। ਐਦਾਂ ਦੇ ਬਾਕਸ ਨਾਰਮਲੀ ਸਾਡੇ ਘਰਾਂ 'ਚ ਮਿਲ ਜਾਂਦੇ ਆ। 1 ਮੀਟਰ ਬਾਈ 1 ਮੀਟਰ ਬਾਈ 1 ਮੀਟਰ ਬਣ ਗਿਆ। ਇਹਦੇ ਵਿੱਚ ਕਿੰਨੀ ਮਰਕਰੀ ਆਊਗੀ ਪਤਾ ਤੁਹਾਨੂੰ? ਇਹਦੇ ਵਿੱਚ ਕਿੰਨੀ ਮਰਕਰੀ ਆਊਗੀ? 13.6 into 10 ਦੀ ਪਾਵਰ 3 ਕਿਲੋਗ੍ਰਾਮ ਮਰਕਰੀ ਆਊਗੀ ਇਹਦੇ ਵਿੱਚ, 1 ਮੀਟਰ ਕਿਊਬ ਦੇ ਵਿੱਚ। ਮਤਲਬ ਕਿਲੋਗ੍ਰਾਮ ਦਾ ਮਤਲਬ ਮੈਂ 10 ਇੱਥੇ ਉਡਾਤਾ, 10 ਲਗਾਤਾ, ਪਾਵਰ 2 ਰਹਿ ਗਈ। ਕਿੰਨੇ? 13,600।
किलोग्राम 13,600 किलोग्राम जे क्विंटल बनाने तो किन्ने क्विंटल आऊगी 13.6 क्विंटल्स क्विंटल जानते हैं 100 किलोग्राम का एक क्विंटल होंदा 100 नाल डिवाइड करता ठीक है जे टन बनाने टन भी बन जूगे इस छोटे जे डब्बे च 1 मीटर बाय 1 मीटर बाय 1 मीटर के डब्बे च 13.5 क्विंटल मरकरी पा सकते हैं 13.5 क्विंटल मरकरी देखो तुसी ठीक है ना असीं ना ट्राली भार चकदी एक जे कणक पाई होवे तां मेरी गल फॉलो कर रहे कि नहीं कर रहे तो मरकरी बहुत हैवी है आ जाओ इस तो अलावा सानू जी की वैल्यू तो पता ही है 9.8 जी की वैल्यू है 9.8 मीटर पर सेकंड स्क्वायर ठीक है नाउ वी हैव एटमॉस्फेरिक प्रेशर PA कितना आ गया मेरे को दिस इज इक्वल टू H की वैल्यू 0.76 इंटू रो की वैल्यू 13.6 इंटू 10⁻³ सारा ऐसा ही सिस्टम होना चाहिए इंटू 9.8 मीटर पर सेकंड स्क्वायर शाबाश मल्टीप्लाई करके आंसर दो मल्टीप्लाई करके आंसर आऊगा ਤੁਹਾਡਾ कितना ਤੁਹਾਡਾ एटमॉस्फेरिक प्रेशर आऊगा 1.01325 इंटू 10⁻⁵ पास्कल हल्का फुल्का दे नेड़े तेड़े आ सकता थोड़ा बहुता चेंज आ सकता मैं ज्यादा नहीं कहना ठीक है जे किसी ਨੂੰ ਸ਼ੱਕ ਕੱਢ ਲਓ ਇਹ ਮਰਕਰੀ ਦਾ ਬੈਰੋਮੀਟਰ ਬਣ ਗਿਆ ਜਿਹੜਾ ਬੈਰੋਮੀਟਰ ਹੁੰਦਾ ਨਾ ਬੈਰੋਮੀਟਰ ਜਿਹੜਾ ਪ੍ਰੈਸ਼ਰ ਮੇਜ਼ਰ ਕਰਦਾ ਉਹਦੇ ਵਿੱਚ ਮਰਕਰੀ ਪਾਈ ਹੁੰਦੀ ਹੈ ਪਾਈਪ ਹੁੰਦੀ ਲੰਮੀ ਸਾਰੀ ਉਹ ਚ ਮਰਕਰੀ ਪਈ ਹੁੰਦੀ ਹੈ ਨਾਰਮਲੀ ਲੈਬਸ ਦੇ ਵਿੱਚ ਦੀਵਾਰਾਂ ਤੇ ਲੱਗਿਆ ਹੁੰਦਾ ਹੁਣ ਇੱਕ ਕੁਐਸਚਨ ਹੈ ਛੋਟਾ ਜਿਹਾ मरकरी की थां ते मैं पानी लादा फिर बोलो भाई पानी तो नीचे आ जाए जी बेटा मरकरी की थां ते जे पानी भरदा ते पानी दा लिक्विड कॉलम जिहड़ा आ कि वो एटमॉस्फेरिक प्रेशर नूं नहीं करदा बैलेंस नहीं सर और हाइट क्यों क्यों करदा क्यों नहीं करूगा डेंसिटी घट करूगा और हाइट ते करूंगा सर क्योंकि डेंसिटी का फर्क ਉਹਦੀ है density और घट हाइट होने ते दा करके height करूंगा बढ़ जैसे बाहली हाइट बनाऊंगा बाहली हाइट का कॉलम लेना पऊगा पानी का चलो क्वेश्चन लिखो लिखो कैलकुलेट द हाइट ऑफ वाटर बैरोमीटर कैलकुलेट द हाइट ऑफ वाटर बैरोमीटर कैलकुलेट द हाइट ऑफ वाटर बैरोमीटर टू measure the atmospheric pressure to measure the atmospheric pressure question पाया मैं ਤੁਹਾਨੂੰ वाटर barometer ਦੀ ਹਾਈਟ ਪਤਾ ਕਰੋ ਜਿਹੜਾ ਕਿ atmospheric pressure ਨੂੰ measure ਕਰਕੇ ਸਾਨੂੰ ਦੇ ਦੇਵੇ ਉਸ ਵਾਟਰ barometer ਦੀ ਹਾਈਟ ਪਤਾ ਕਰੋ ਜਿਹੜਾ ਕਿ atmospheric pressure measure ਕਰਕੇ ਸਾਨੂੰ ਦੇ ਦੇਵੇ ਲਓ ਜੀ ਆ ਜਾਓ 1 atmospheric pressure ਸਾਨੂੰ ਵੀ ਪਤਾ ਕਿੰਨਾ 1.013 इंटू 10⁻⁵ पास्कल ये तो पता ही है सानू 1 एटमोस्फेरिक जे वाटर दा वास्ते करना आपां ने तो वाटर दा H हाइट फाइंड कर लेने रो ऑफ वाटर लिख देना पानी दी डेंसिटी और नाल G इज इक्वल टू इदां दा इदां ही ला दो मैं हाइट पता करनी है और समझ भी आ रहा कि नहीं आ रहा मतलब मैं पानी दा कॉलम ओनू भर लिया मैनू हाइट दा पता नहीं भरी गए किते जाके तो बैलेंस करूगा ना पानी दे भांडे चों मूंह दा मार लिया वो किते तो जाके बैलेंस करूगा ना समझ आ रही कि नहीं आ रही तो बैलेंस तो 100% हो पर वाटर डेंसिटी कितनी हुंदी पता तुहानू लिखो हाँ वाटर डेंसिटी कितनी हुंदी है रो ऑफ वाटर साइड ते नोट कर लो 1000 किलोग्राम क्यूब 1000 किलोग्राम पर मीटर क्यूब मतलब जिहड़ा मैं बॉक्स बनाया सी ना हुणे 1 मीटर बाय 1 मीटर बाय 1 मीटर दा इत्थे 1000 किलोग्राम पानी पैंदा आ जाओ तो H पता करना रो दी वैल्यू है 1000 G दी वैल्यू है 9.8 1.013 इंटू 10⁻⁵ लो जी हाइट कितनी मीटर आ गई पता करो 1.013 into 10⁻⁵ डिवाइड बाय 1000 into 9.8 हाइट बोलो कितने मीटर
बोलो भाई। देखो सिंपल जी गल आ, डेसिमल उड़ाया ऊपर 10 लगाता, आ डेसिमल उड़ाया थले 1000 लगाता। हुण ऊपर 5 ते 1 6, ऊपर पावर हो गया 6, नीचे भी पावर हो गया 6, उड़ गया। मेरे को आ गया 1013 डिवाइड बाय 1000 कितने मीटर, सॉरी डिवाइड बाय 98। सर हाइट बोलो 10.33 मीटर। ਇਹਦਾ ਮਤਲਬ ਇਹ ਆ ਬਈ ਘਰ ਦੇ ਬਾਹਰ ਹੀ ਲਾਉਣਾ ਪਊਗਾ ਮਰਕਰੀ, ਹੈ ਨਾ, ਆ ਵਾਲਾ ਬੈਰੋਮੀਟਰ ਵਾਟਰ ਵਾਲਾ, ਘਰ ਦੇ ਅੰਦਰ ਤਾਂ ਲੱਗਦਾ ਨਹੀਂ, ਹਨਾ, ਕਿਉਂ ਬਈ ਸਹੀ ਆ ਗਲਤ ਆ? यस सर। ਜਾਂ ਪਾਰਕ 'ਚ ਕਿਸੇ ਸਫੈਦੇ ਨਾਲ ਟੰਗਣਾ ਪਊਗਾ, ਠੀਕ ਹੈ ਨਾ, ਜਾਂ ਕੋਈ ਇਦਾਂ ਦੀ ਬਿਲਡਿੰਗ ਲੱਭਣੀ ਪਊਗੀ ਜਿਹਦੀ ਹਾਈਟ ਬਹੁਤ ਜ਼ਿਆਦੀ ਆ, ਉਸੇ ਬਾਹਰ ਲਾਉਣਾ ਪਊਗਾ, ਕਿਉਂਕਿ ਲੈਬ ਦੇ ਵਿੱਚ ਸਾਨੂੰ ਇੰਨਾ ਥਾਂ ਹੈ ਨਹੀਂ। ਤਾਂ ਕੁੱਲ ਮਿਲਾ ਕੇ ਕਹਿਣ ਦਾ ਮਤਲਬ ਇਹ ਆ ਵੀ ਐਡਾ ਹਾਈਟ ਬਹੁਤ ਜ਼ਿਆਦੀ ਹੈ ਇਸ ਕਾਲਮ ਦੀ, ਬਣ ਜੂਗਾ, ਮੈਂ ਇਹ ਨਹੀਂ ਬੋਲਦਾ ਵੀ ਨਹੀਂ ਬਣਦਾ, ਵਾਟਰ ਵਾਲਾ ਬਣ ਜੂਗਾ, ਕੋਈ ਦਿੱਕਤ ਨਹੀਂ, ਹਾਈਟ ਜ਼ਿਆਦੀ ਹੈ ਬਸ, ਠੀਕ ਹੈ ਨਾ। ਯੂਨਿਟਸ ਆਫ ਪ੍ਰੈਸ਼ਰ ਲਿਖੋ, ਥੋੜੀਆਂ ਜਿਹੀਆਂ 2-4 ਯੂਨਿਟਾਂ ਲਿਖ ਦੇਣਾ ਜਿਹਨੇ ਕੰਮ ਆ ਜੂਗੀਆਂ ਤੁਹਾਡੇ ਕਿਤੇ। ਯੂਨਿਟਸ, ਐਸਆਈ ਯੂਨਿਟ ਤਾਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ, ਕਿਉਂ ਬਈ ਪਤਾ ਕਿ ਨਹੀਂ ਪਤਾ? ਐਸਆਈ ਯੂਨਿਟ ਪਤਾ ਹੀ ਹੈ ਤੁਹਾਨੂੰ, ਬਾਕੀ ਯੂਨਿਟ ਮੈਂ 3-4 ਲਿਖਵਾ ਦਿੰਦਾ, ਇਹ ਯੂਨਿਟ ਕੰਮ ਆ ਜਾਂਦੀਆਂ। ਐਸਆਈ ਯੂਨਿਟ ਕੀ ਹੈ ਬੇਟਾ? पास्कल और पास्कल न्यूटन पर मीटर स्क्वायर, एको गल। हाँ भाई की कह रहे हैं बेटा, की आख रहे हैं पुत्र? सीजीएस यूनिट होगी पास्कल 9 पर सेंटीमीटर, 9 पर सेंटीमीटर स्क्वायर कर, 2 यूनिट हो गई। इस तो बाद कुछ प्रैक्टिकल यूनिट आउंदियां जिहदा बैरोमीटर आ, ठीक है, ऐदां एक यूनिट आउंदी बार, 1 बार। एक बार दे विच बेटा 10 दी पावर 5 पास्कल हुंदे, याद कर लियो। 1 बार इज इक्वल टू 10 टू दी पावर 5 पास्कल। ਇਹ ਕੰਮ ਆ ਜਾਂਦਾ ਕਿਤੇ ਨਾ ਕਿਤੇ। ਇੱਕ ਹੋਰ ਯੂਨਿਟ ਆ, ਉਹਨੂੰ ਬੋਲਦੇ ਟੌਰ, TORR। ਇੱਕ ਹੁੰਦਾ ਬਾਰ, ਇੱਕ ਹੁੰਦਾ ਟੌਰ। 1 ਟੌਰ ਜਿਹੜਾ ਆ ਇਹ ਕਿਹਦੇ ਇਕੁਅਲ ਹੁੰਦਾ? ਇਹ ਲਿਖ ਦੋ ਪ੍ਰੈਸ਼ਰ ਡਿਊ ਟੂ 1 ਮਿਲੀਮੀਟਰ ਮਰਕਰੀ ਕਾਲਮ। निक्का जिहा कॉलम ते छोटा, मतलब छोटा जिहा प्रेशर है, 1 मिलीमीटर का निक्का जिहा, 1 मिलीमीटर का मरकरी कॉलम ले लो निक्का जिहा, उस मरकरी कॉलम का प्रेशर 1 मिलीमीटर मरकरी कॉलम का प्रेशर है। और इहदी जिहड़ी वैल्यू हुंदी है वो हुंदी है 133। कैलकुलेट कर सकते तुसीं, कोई वड्डी गल नहीं। HROG वाला फार्मूला ला दो, 0.28 पास्कल, 133.28 पास्कल। एक लास्ट लिख लो ऑल्सो, जिहड़ा 1 एटमोस्फेरिक प्रेशर आ, ये पता ही तुहानू सारिਆਂ ਨੂੰ 1.013 इंटू 10 टू दी पावर 5 पास्कल हुंदा। और जे मैं 1 एटमोस्फेरिक प्रेशर नू बार दे विच कन्वर्ट करना होवे तां 10 टू दी पावर 5 पास्कल दी वैल्यू बार पुट कर दो, मेरे को आ गया 1.013 बार। ਤਾਂ ਇੱਕ ਐਟਮੋਸਫੈਰਿਕ ਪ੍ਰੈਸ਼ਰ 1.013 ਬਾਰ ਦੇ ਇਕੁਅਲ ਹੁੰਦਾ, ਇਹ ਗੱਲ ਯਾਦ ਕਰ। ਔਰ ਇੱਕ ਗੱਲ ਹੋਰ ਦੱਸਾਂ, ਜੇ ਹੋਰ ਕੈਲਕੂਲੇਟ ਕਰੋ ਤਾਂ ਇਹ ਟੌਰ ਵੀ ਬਣ ਜਾਣਗੇ, 760 ਟੌਰ ਦੇ ਇਕੁਅਲ ਹੁੰਦਾ। ਆਹ ਕੰਮ ਦੀ ਚੀਜ਼ ਆ ਤੁਹਾਡੇ। ਇੱਕ ਐਟਮੋਸਫੈਰਿਕ ਪ੍ਰੈਸ਼ਰ 1.013 ਬਾਰ ਔਰ 760 ਟੌਰ ਦੇ ਇਕੁਅਲ ਹੁੰਦਾ ਹੈ। ਇਹ ਬੇਟਾ ਸਾਡੇ ਕੋਲੇ ਕੁਝ ਮੇਨ ਗੱਲਾਂ ਜਿਹੜੀਆਂ ਕਿ ਐਟਮੋਸਫੈਰਿਕ ਪ੍ਰੈਸ਼ਰ ਦੇ ਨਾਲ ਰਿਲੇਟਡ ਸੀ। ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਬਹੁਤ ਅੱਛਾ ਲੱਗਿਆ। ਕੱਲ ਆਪਾਂ ਬਾਇਓਂਸੀ ਪੜਾਂਗੇ ਬੇਟਾ, ਠੀਕ ਹੈ। ਅੱਜ ਵਾਲੇ ਲੈਕਚਰ ਦੇ ਵਿੱਚ ਇੰਨਾ ਹੀ ਪੜਾਂਗੇ। ਥੈਂਕ ਯੂ।